जी मैम स्टार्ट करिए जी। हाँ जी, मैं ही स्टार्ट करूँ मैम? जी कोई नहीं, कर दे मैडम स्टार्ट, पार्टिसिपेंट जुड़ रहे हैं। हाँ जी। इन्हों जी वो कर दो, वेटिंग रूम डिसेबल कर दो। सर जी करता जी। ये आवाज पिछों आ रही। सर विवा मैम देखियो जरा, करियो साइलेंट, अपने आप को म्यूट करियो। हाँ जी मैम मैं देखती हूँ। म्यूट कर लो। इन्हों जी कितने पार्टिसिपेंट हो गए? 169 जी। ओके, 171 हो गए जी, 171। ठीक है जी, ठीक है। सो आप स्टार्ट करते हैं जी। प्रज्ञा चौहान आज दा लेक्चर लैणगे नेल आर्टिस्ट्री ते। प्रज्ञा चौहान she is working with हेलो, हाँ जी, किनू आवाज आ रही मेरी? आवाज आ रही है जी, बिल्कुल क्लियर जी। ओके जी। So Pragya Chauhan, she is working with OTY INC, ਇਹਨਾਂ ਦਾ ਹੈਡਕੁਆਟਰ ਨਿਊਯਾਰਕ USA ਵਿੱਚ ਹੈਗਾ। ਔਰ the company has turnover around 8.6 billion dollars ਇਹਦੀ turnover ਹੈਗੀ ਹੈ। ਔਰ ਮੈਡਮ ਪ੍ਰਗਿਆ ਚੌਹਾਨ, she has an experience of more than 10 years in this cosmetology beauty industry. So she had been associated with lots of fashion shows, leading models of the country, and she had been working on multinational level. She had been educational consultant also. So मैं request करांगा मैडम प्रज्ञा चौहान, जो she was called by Viva Chauhan, जो साडे ड्रेस मेकिंग दे और एपरल सैक्टर दे विच फैशन डिजाइनिंग दे लेक्चर लेंदे है। She is sister in law with Viva Chauhan. So welcome Pragya. ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਭ ਦਾ ਕਿ ਤੁਸੀਂ ਮੈਨੂੰ ਇਹ ਪਲੇਟਫਾਰਮ ਦਿੱਤਾ ਹੈ ਕਿ ਮੈਂ ਤੁਹਾਡੇ ਸਭ ਨਾਲ ਜੁੜ ਸਕਾਂ। Yes, we thank you too, and we welcome you with our department, and so nice that your company and you took interest. ਤੁਸੀਂ ਸਾਡੇ ਬੱਚਿਆਂ ਨੂੰ ਔਰ ਸਾਡੇ ਜਿਹੜੇ ਟੀਚਰਸ ਹੈਗੇ ਉਹਨਾਂ ਨੂੰ ਇਹ ਟ੍ਰੇਨਿੰਗ ਦੇਣ ਦੇ ਲਈ ਆਪਣਾ ਟਾਈਮ ਡਿਵੋਟ ਕੀਤਾ। ਸੋ ਵੈਲਕਮ। ਥੈਂਕ ਯੂ ਸੋ ਓਵਰ ਟੂ ਯੂ ਪਲੀਜ਼। ਥੈਂਕ ਯੂ ਸੋ ਮਚ ਸਰ। ਸੋ ਜਿਸ ਤਰ੍ਹਾਂ ਸਰ ਨੇ ਦੱਸਿਆ, ਪ੍ਰਗਿਆ ਚੌਹਾਨ ਹੈ ਮੇਰਾ ਨਾਮ, ਔਰ ਨੇਲ ਆਰਟਿਸਟਰੀ ਜਿਹੜਾ ਅੱਜ ਦਾ ਮੇਰਾ ਟੌਪਿਕ ਹੈ, ਜਿਹਦੇ ਤੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਸੋ ਹਾਂਜੀ, 1 ਮਿੰਟ ਜੀ। ਸੋ ਅੱਜ ਦਾ ਜਿਹੜਾ ਟੌਪਿਕ ਹੈ, ਜਿਹਦੇ 'ਚ ਮੈਂ ਨੇਲ ਆਰਟ ਵੀ ਕਵਰ ਕਰਾਂਗੀ, ਉਸ ਤੋਂ ਇਲਾਵਾ ਜਿਹੜਾ ਹੈ
ਬੇਸਿਕ ਸਾਡਾ ਨੇਲ ਦਾ ਸਟਰਕਚਰ ਕੀ ਹੁੰਦਾ ਹੈ, ਉਹ ਸਭ ਚੀਜ਼ਾਂ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਅੱਜ ਤੁਹਾਡੇ ਨਾਲ। ਸੋ ਉਸ ਤੋਂ ਪਹਿਲੇ ਕੁਝ ਮੈਂ ਪਾਸਟ ਆਪਣਾ 10 ਸਾਲ ਦਾ ਜਿਸ ਤਰ੍ਹਾਂ ਐਕਸਪੀਰੀਅੰਸ ਸਰ ਨੇ ਸ਼ੇਅਰ ਕੀਤਾ ਹੈ, ਮੈਨੂੰ 10 ਸਾਲ ਦਾ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ। ਸੋ ਕੁਝ ਅਚੀਵਮੈਂਟਸ ਆਪਣੀਆਂ ਸ਼ੇਅਰ ਕਰਾਂਗੀ। ਕੁਝ ਲਿਪਸ ਕ੍ਰੀਏਟ ਕੀਤੀਆਂ ਸੀ ਮੈਂ, ਜਿਹੜੀਆਂ ਕਿ ਵਰਲਡ ਦੀਆਂ ਰਿਨਾਊਂਡ ਜਿਹੜੀਆਂ ਮੈਗਜ਼ੀਨਸ ਹੈ, ਜਿਸ ਤਰ੍ਹਾਂ ਗ੍ਰਾਜ਼ੀਆ, ਫੋਰਬਸ, ਹੇਅਰ ਦੀਆਂ ਮੈਗਜ਼ੀਨਸ ਦੇ ਵਿੱਚ ਫੀਚਰ ਕੀਤੀਆਂ ਗਈਆਂ ਨੇ। ਸੋ ਇਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਮੈਂ ਲੈ ਕੇ ਜਾਨੀ ਆ ਅੱਜ ਦੀ ਇੰਡਸਟਰੀ ਦੇ ਵਿੱਚ ਕਿ ਨੇਲ ਆਰਟ ਇੰਡਸਟਰੀ ਜਿਹੜੀ ਹੈ ਅੱਜ ਦੀ ਡੇਟ ਵਿੱਚ ਕਿੱਥੇ ਤੱਕ ਪਹੁੰਚ ਚੁੱਕੀ ਹੈ। ਪੁਰਾਣੇ ਟਾਈਮ 'ਚ ਹੁੰਦਾ ਸੀ ਕਿ ਜਦੋਂ ਕਿਸੇ ਬ੍ਰਾਈਡ ਨੂੰ ਰੈਡੀ ਕੀਤਾ ਜਾਂਦਾ ਸੀ ਜਾਂ ਕੋਈ ਤਿਆਰ ਹੋਣ ਵਾਸਤੇ ਸੋਚਦਾ ਸੀ ਕਿ ਅੱਜ ਮੈਂ ਪਾਰਲਰ ਤੋਂ ਸੈਲੂਨ ਤੋਂ ਤਿਆਰ ਹੋਣ ਜਾਣਾ ਹੈ, ਤੇ ਉਸ ਟਾਈਮ ਤੇ ਸੋਚਿਆ ਜਾਂਦਾ ਸੀ ਕਿ ਹਾਂ ਇੱਕ ਅੱਛੀ ਸਾੜੀ ਸੂਟ ਹੋਣਾ ਚਾਹੀਦਾ, ਉਸ ਤੋਂ ਇਲਾਵਾ ਅੱਛਾ ਮੇਕਅਪ ਹੋਣਾ ਚਾਹੀਦਾ ਹੈ ਔਰ ਉਸ ਤੋਂ ਇਲਾਵਾ ਅੱਛਾ ਹੇਅਰ ਵੀ ਬਹੁਤ ਮੈਟਰ ਕਰਦਾ ਸੀ। ਬਟ ਅੱਜ ਦੀ ਡੇਟ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਜਿਹੜਾ ਨੇਲਸ ਹੈ ਉਹਨੇ ਵੀ ਇੱਕ ਅਹਿਮ ਹਿੱਸਾ ਬਣਾ ਲਿਆ ਆਪਣਾ ਮੇਕਅਪ ਦੇ ਵਿੱਚ। ਸੋ ਨੇਲਸ ਜਿਹੜੇ ਹੈ ਅੱਜ ਦੀ ਡੇਟ ਦੇ ਵਿੱਚ ਜਿਹੜਾ ਮੇਕਅਪ ਹੈ ਉਹ ਬਿਨਾਂ ਨੇਲਸ ਤੋਂ ਜਿਹੜਾ ਹੈ ਉਹ ਕੰਪਲੀਟ ਨਹੀਂ ਸਮਝਿਆ ਜਾਂਦਾ। ਸੋ ਕਾਫੀ ਐਨਲਾਰਜਡ ਜਿਹੜੀ ਹੈ ਇੰਡਸਟਰੀ ਹੈ ਨੇਲਸ ਦੀ। ਸੋ ਇੰਡੀਅਨ ਅਗਰ ਨੇਲ ਇੰਡਸਟਰੀ ਦੀ ਗੱਲ ਕਰਦੇ ਹਾਂ ਤੇ 700 ਕਰੋੜ ਦੀ ਇੰਡਸਟਰੀ ਹੈ। ਬਹੁਤ ਸਾਰੀਆਂ ਓਪਰਚੁਨਿਟੀਜ਼ ਅੱਗੇ ਨਿਕਲ ਕੇ ਆਉਂਦੀਆਂ ਇਹਦੇ 'ਚ। ਹਰ ਸਾਲ ਸਾਨੂੰ 25% ਗਰੋਥ ਦੇ ਚਾਂਸਿਸ ਮਿਲਦੇ ਇਹਦੇ ਵਿੱਚ। ਸਾਡਾ ਮੇਕਅਪ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਨੇਲ ਆਰਟ ਤੋਂ ਬਿਨਾਂ ਇਨਕੰਪਲੀਟ ਸਮਝਿਆ ਜਾਂਦਾ ਹੈ। ਅੱਜ ਦੀ ਡੇਟ 'ਚ ਬ੍ਰਾਈਡ ਵੀ ਜਿਹੜੀ ਹੈ ਉਹ ਇਹੀ ਸੋਚਦੀ ਹੈ ਕਿ ਹਾਂ ਅਗਰ ਮੇਰਾ ਮੇਕਅਪ ਅੱਛਾ ਹੈ, ਹੇਅਰ ਅੱਛਾ ਹੈ, ਮੇਰਾ ਲਹਿੰਗਾ ਅੱਛਾ ਹੈ, ਮੇਰਾ ਸੂਟ ਅੱਛਾ ਹੈ, ਤੇ ਮੇਰੇ ਨੇਲਸ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਹੈ ਬਹੁਤ ਸੋਹਣੇ ਹੋਣੇ ਚਾਹੀਦੇ ਹੈ। ਸੋ ਨੇਲ ਆਰਟਿਸਟ ਦੇ ਅਗਰ ਕਰੀਅਰ ਦੀ ਗੱਲ ਕਰਨੀ ਆ ਤੇ ਨੇਲ ਆਰਟਿਸਟ ਜਿਹੜਾ ਹੈ ਉਹ 15,000 ਤੋਂ ਲੈ ਕੇ 50,000 ਰੁਪਏ ਤੱਕ ਜਿਹੜਾ ਹੈ ਉਹ ਮੰਥਲੀ ਕਰ ਸਕਦਾ ਹੈ, ਅਰਨ ਕਰ ਸਕਦਾ ਹੈ। ਸੋ ਨੇਲ ਇੰਡਸਟਰੀ ਦੇ ਵਿੱਚ ਜਿਹੜੇ ਅੱਗੇ ਕਰੀਅਰ ਰੂਟਸ ਨਿਕਲਦੇ ਹਨ ਕਿ ਅਸੀਂ ਕਿਹੜੀਆਂ ਕਰੀਅਰ ਨੂੰ ਆਪਟ ਕਰ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ, ਕੁਝ ਉਹਨੇ ਤੇ ਨਜ਼ਰ ਪਾਉਂਦੇ ਹਾਂ। ਸਭ ਤੋਂ ਪਹਿਲੇ ਹੈ ਜਿਹੜਾ ਮੋਬਾਈਲ ਟੈਕਨੀਸ਼ੀਅਨ। ਜ਼ਰੂਰੀ ਨਹੀਂ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਹਰ ਕੋਈ ਕਿਤੇ ਜੌਬ ਕਰੇ ਜਾਂ ਹਰ ਕੋਈ ਜਿਹੜਾ ਹੈ ਕਿਸੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਕਰੇ ਜੌਬ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਲੋਕੀ ਮੂਵ ਕਰਕੇ ਵੀ ਜਿਹੜਾ ਹੈ ਪੈਸੇ ਅਰਨ ਕਰ ਸਕਦੇ ਹਨ। ਸੋ ਉਹਨੂੰ ਮੋਬਾਈਲ ਟੈਕਨੀਸ਼ੀਅਨ ਕਿਹਾ ਜਾਂਦਾ ਹੈ। ਮੋਬਾਈਲ ਟੈਕਨੀਸ਼ੀਅਨ ਉਹ ਹੁੰਦੇ ਹਨ ਜਿਹੜੇ ਕਿ ਕਲਾਇੰਟ ਦੇ ਪਲੇਸ ਤੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਆ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ, ਜਿਸ ਤਰ੍ਹਾਂ ਅਰਬਨ ਕਲੈਪ ਜਾਂ ਅਰਬਨ ਕੰਪਨੀ ਅੱਜ ਕੱਲ੍ਹ ਤੁਸੀਂ ਨਾਮ ਸੁਣਦੇ ਹੋਵੋਗੇ, ਉਹ ਅੱਛੇ ਜਿਹੜੇ ਨੇਲ ਟੈਕਨੀਸ਼ੀਅਨਸ ਹੈ, ਮੇਕਅਪ ਆਰਟਿਸਟ ਹੈ, ਹੇਅਰ ਸਟਾਈਲਿਸਟ ਹੈ, ਉਹਨਾਂ ਦੇ ਨਾਲ ਟਾਈ ਅਪ ਕਰਦੇ ਹੈ ਔਰ ਉਹਨਾਂ ਦੇ ਥਰੂ ਜਿਹੜਾ ਹੈ ਕਲਾਇੰਟਸ ਨੂੰ ਘਰ ਬੈਠੇ ਜਿਹੜਾ ਹੈ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਇਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਇਨਵੈਸਟਮੈਂਟ ਦੇ ਜਿਹੜਾ ਇੱਕ ਨੇਲ ਟੈਕਨੀਸ਼ੀਅਨ ਜਿਹੜਾ ਹੈ ਇੱਕ ਅੱਛਾ ਮੋਬਾਈਲ ਟੈਕਨੀਸ਼ੀਅਨ ਬਣ ਸਕਦਾ ਹੈ। ਸੈਕਿੰਡ ਆਪਸ਼ਨ ਜਿਹੜੀ ਇਹਦੇ 'ਚ ਨਿਕਲਦੀ ਹੈ ਉਹ ਹੈ ਵਰਕ ਫਰੋਮ ਹੋਮ ਦੀ। ਸੋ ਵਰਕ ਫਰੋਮ ਹੋਮ ਦੀ ਅਗਰ ਦੇਖਿਆ ਜਾਏ ਆਪਸ਼ਨ, ਬੈਸਟ ਆਪਸ਼ਨ ਸਮਝੀ ਜਾਂਦੀ ਹੈ ਪੇਰੈਂਟਸ ਵਾਸਤੇ। ਸੋ ਪੇਰੈਂਟਸ ਜਿਹੜੇ ਹੈ ਆਪਣੇ ਬੱਚਿਆਂ ਨੂੰ ਵੀ ਮੈਨੇਜ ਕਰ ਸਕਦੇ ਆ ਘਰ ਬੈਠੇ। ਸੋ ਘਰ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ ਨੂੰ ਕਨਵਰਟ ਕਰਕੇ ਨੇਲ ਸਟੂਡੀਓ ਦੇ ਵਿੱਚ ਉਹ ਜਿਹੜਾ ਆਪਣਾ ਉੱਥੋਂ ਕੰਮ ਸਟਾਰਟ ਕਰ ਸਕਦੇ ਆ। ਸੋ ਥੋੜੀ ਇਨਵੈਸਟਮੈਂਟ ਦੇ ਵਿੱਚ ਹੀ ਅਸੀਂ ਵਰਕ ਫਰੋਮ ਹੋਮ ਸ਼ੁਰੂ ਕਰ ਸਕਦੇ ਹਾਂ। ਸੈਲਫ ਇੰਪਲੋਇਡ ਰੈਂਟ ਅ ਟੇਬਲ ਇਨ ਸੈਲੂਨ, ਇਹ ਥੋੜੇ ਟਾਈਮ ਤੋਂ ਇੱਕ ਨਵਾਂ ਪਲੇਟਫਾਰਮ ਜਿਹੜਾ ਹੈ ਸਟਾਰਟ ਹੋਇਆ ਹੈ। ਇਹਦੇ ਵਿੱਚ ਅਸੀਂ ਜਿਹੜਾ ਅੱਛਾ ਨੇਲ ਟੈਕਨੀਸ਼ੀਅਨ ਹੈ ਔਰ ਅੱਛੇ ਸੈਲੂਨ ਦੇ ਵਿੱਚ ਜਿਹੜਾ ਹੈ ਛੋਟੀ ਦੀ ਜਗ੍ਹਾ ਦੇ ਵਿੱਚ ਜਿਹੜਾ ਹੈ ਉਹਨੂੰ ਰੈਂਟ ਤੇ ਲੈ ਲੈਂਦਾ। ਸੋ ਉੱਥੇ ਜਾ ਕੇ ਜਿਹੜਾ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ। ਉਹਦੇ ਵਿੱਚ ਜਿਹੜਾ ਹੈ ਜੋ ਉਹਦਾ ਟੇਬਲ ਹੁੰਦਾ ਹੈ, ਟੇਬਲ ਉਹ ਜਿਹੜਾ ਹੈ ਰੈਂਟ ਦੇ ਉੱਤੇ ਲੈ ਲੈਂਦਾ। ਸੋ ਰੈਂਟ ਤੇ ਲੈ ਕੇ ਜਿਹੜਾ ਹੈ ਉੱਥੇ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ। ਫਾਇਦਾ ਇਹਦਾ ਇਹ ਹੁੰਦਾ ਹੈ ਕਿ ਉਹਨੂੰ ਜਿਹੜਾ ਹੈ ਉੱਥੇ ਬਣੀ ਬਣਾਈ ਜਿਹੜੇ ਕਲਾਇੰਟਸ ਹੈ ਉਹ ਮਿਲ ਜਾਂਦੇ ਹਨ, ਉਹਨੂੰ ਕੰਮ ਕਰਨ ਦਾ ਆਪਣਾ ਦਿਖਾਉਣ ਦਾ ਮੌਕਾ ਮਿਲ ਜਾਂਦਾ ਹੈ। ਵਰਕ ਐਜ਼ ਅ ਨੇਲ ਆਰਟਿਸਟ ਇਨ ਅ ਰੈਪਿਊਟਿਡ ਸੈਲੂਨ। ਸੋ ਸੈਲਫ ਇੰਪਲੋਇਡ ਹੋਣ ਤੋਂ ਇਲਾਵਾ ਇੱਕ ਪੱਕਾ ਇੰਪਲੋਈ ਜਿਹੜਾ ਹੈ ਉਹ ਵੀ ਬਣ ਕੇ ਅਸੀਂ ਸੈਲੂਨ ਦੇ ਵਿੱਚ ਕੰਮ ਕਰ ਸਕਦੇ ਹਾਂ। ਸੋ ਉਹਦੇ ਵਿੱਚ ਸਾਡੀ ਬਿਲਕੁਲ ਹੀ ਟੈਨਸ਼ਨ ਖਤਮ ਹੋ ਜਾਂਦੀ ਹੈ ਜਦੋਂ ਐਜ਼ ਐਨ ਇੰਪਲੋਈ ਅਸੀਂ ਕਿਸੇ ਸੈਲੂਨ ਦੇ ਵਿੱਚ ਕੰਮ ਕਰਨੇ ਆ। ਨਾ ਤੇ ਸਾਨੂੰ ਸਟਾਕ ਦੀ ਟੈਨਸ਼ਨ ਹੁੰਦੀ ਹੈ, ਨਾ ਹੀ ਸਾਨੂੰ ਕੋਈ ਐਡਵਰਟੀਜ਼ਮੈਂਟ ਕਰਨ ਦੀ ਟੈਨਸ਼ਨ ਹੁੰਦੀ ਹੈ। ਇਹ ਸਾਰੇ ਕੰਮ ਜਿਹੜੇ ਹੈ ਸੈਲੂਨ ਖੁਦ ਹੀ ਕਰਦਾ ਹੈ ਕਿਉਂਕਿ ਸੈਲੂਨ ਨੇ ਆਪਣੇ ਨਾਂ ਨੂੰ ਪ੍ਰਮੋਟ ਕਰਨਾ ਹੁੰਦਾ ਹੈ। ਸੋ ਉਸ ਕੇਸ ਦੇ ਵਿੱਚ ਜਿਹੜਾ ਹੈ ਤੁਹਾਡੀ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਕਿ ਤੁਸੀਂ ਸਟਾਕ ਅਰੇਂਜ ਕਰਕੇ ਲਿਆਓ।
ਸੋ ਇਸ ਤਰ੍ਹਾਂ ਜਿਹੜਾ EMPLOYEE ਇੱਕ ਜਿਹੜਾ ਜਦੋਂ ਅਸੀਂ ਰਿਪਿਊਟਡ ਸੈਲੂਨ ਦੇ ਵਿੱਚ ਕੰਮ ਕਰਦਾ ਹੈ ਉਹਨੂੰ ਇੱਕ ਫਿਕਸਡ ਇਨਕਮ ਆਉਂਦੀ ਹੈ, ਫਿਕਸ ਸੈਲਰੀ ਆਉਂਦੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਇੰਡੀਵਿਜੂਅਲ ਨੇਲ ਸਟੂਡੀਓ ਸੈਟਅਪ ਦੀ। ਸਮਟਾਈਮਸ ਅਸੀਂ ਸੋਚਦੇ ਹਾਂ ਕਿ ਹਾਂ ਅਸੀਂ ਜੌਬ ਨਹੀਂ ਕਰਨੀ ਔਰ ਆਪਣਾ ਹੀ ਜਿਹੜਾ ਹੈ ਕੋਈ ਨਾ ਕੋਈ ਕੰਮ ਸ਼ੁਰੂ ਕਰਨਾ ਹੈ। ਸੋ ਅੱਛਾ ਨੇਲ ਟੈਕਨੀਸ਼ੀਅਨ ਜਿਹੜਾ ਹੈ ਨੇਲਸ ਦੇ ਵਿੱਚ ਅੱਛੀ ਟ੍ਰੇਨਿੰਗ ਲੈ ਕੇ ਜਿਹੜਾ ਹੈ ਆਪਣਾ ਐਜ਼ ਅ ਨੇਲ ਸਟੂਡੀਓ ਜਿਹੜਾ ਹੈ ਖੁਦ ਵੀ ਓਪਨ ਕਰ ਸਕਦਾ ਹੈ। ਡੈਫੀਨੇਟਲੀ ਇਹਦੇ ਵਿੱਚ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਹੈ, ਸਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ ਔਰ ਹਰ ਚੀਜ਼ ਸਾਡੇ ਉੱਪਰ ਹੀ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਸਟਾਕ ਦੀ ਅਰੇਂਜਮੈਂਟ ਕਰਨੀ ਹੈ, ਐਡਵਰਟੀਜ਼ਮੈਂਟ ਵੀ ਸਾਨੂੰ ਖੁਦ ਹੀ ਕਰਨੀ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਇੰਡੀਵਿਜੂਅਲ ਨੇਲ ਸਟੂਡੀਓ ਵੀ ਸੈਟਅਪ ਕੀਤਾ ਜਾ ਸਕਦਾ ਹੈ। ਬਟ ਡੈਫੀਨੇਟਲੀ ਕੰਪੈਰੀਟਿਵਲੀ ਅਗਰ ਦੇਖਿਆ ਜਾਏ ਮੇਕਅਪਸ ਔਰ ਹੇਅਰਸ ਦੇ, ਤੇ ਮੇਕਅਪ ਔਰ ਹੇਅਰ ਦੇ ਵਿੱਚ ਜਿਹੜਾ ਇਨਵੈਸਟਮੈਂਟ ਜ਼ਿਆਦਾ ਹੁੰਦੀ ਹੈ, ਸਾਨੂੰ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਉਸ ਚੀਜ਼ ਨੂੰ ਸਿੱਖਣ ਵਾਸਤੇ, ਇੰਪਲੀਮੈਂਟ ਕਰਨ ਵਾਸਤੇ। ਬਟ ਅਗਰ ਅਸੀਂ ਨੇਲਸ ਦੀ ਗੱਲ ਕਰਨੇ ਆ ਤੇ ਨੇਲਸ ਦੇ ਵਿੱਚ ਇਨਵੈਸਟਮੈਂਟ ਵੀ ਘੱਟ ਹੈ, ਸਿੱਖਣ ਵਾਸਤੇ ਸਾਨੂੰ ਟਾਈਮ ਵੀ ਘੱਟ ਚਾਹੀਦਾ ਹੁੰਦਾ ਹੈ, ਉਨਾ ਜ਼ਿਆਦਾ ਟਾਈਮ ਨਹੀਂ ਚਾਹੀਦਾ ਹੁੰਦਾ ਔਰ ਅਸੀਂ ਥੋੜੇ ਟਾਈਮ ਦੇ ਵਿੱਚ, ਥੋੜੇ ਪੈਸਿਆਂ ਦੇ ਵਿੱਚ, ਥੋੜੀ ਇਨਵੈਸਟਮੈਂਟ 'ਚ ਅਸੀਂ ਆਪਣਾ ਸਟੂਡੀਓ ਵੀ ਸੈਟਅਪ ਕਰ ਸਕਦੇ ਹਾਂ। ਟੀਚਿੰਗ ਐਜ਼ ਅ ਨੇਲ ਆਰਟ ਐਕਸਪਰਟ, ਸੋ ਸਭ ਤੋਂ ਅੱਛਾ ਪ੍ਰੋਫੈਸ਼ਨ ਹੈ ਜੀ ਟੀਚਿੰਗ ਦਾ, ਜਿਹਦੇ ਵਿੱਚ ਜਿਹੜਾ ਹੈ ਕਿ ਅਸੀਂ ਐਜ਼ ਅ ਨੇਲ ਆਰਟ ਐਕਸਪਰਟ ਜਿਹੜਾ ਹੈ ਨੇਲ ਟੈਕਨੀਸ਼ੀਅਨਸ ਨੂੰ ਅੱਗੇ ਫਰਦਰ ਜਿਹੜਾ ਹੈ ਅਸੀਂ ਗਾਈਡ ਕਰਨੇ ਆ, ਟੀਚ ਕਰਨੇ ਆ। ਆਉਣ ਵਾਲੇ ਜਿਹੜੇ ਵੀ ਅਪਡੇਟਸ ਹੈ, ਜਿਹੜੇ ਵੀ ਕਮਿੰਗ ਅਪਡੇਟਸ ਹੁੰਦੇ ਹੈ, ਜੋ ਵੀ ਰਨਿੰਗ ਟ੍ਰੈਂਡਸ ਚੱਲ ਰਹੇ ਹੁੰਦੇ ਆ, ਅਸੀਂ ਉਹਨਾਂ ਬਾਰੇ ਨੌਲੇਜ ਦਿੰਦੇ ਹਾਂ। ਔਰ ਇੱਕ ਅੱਛਾ ਨੇਲ ਟੈਕਨੀਸ਼ੀਅਨ ਜਿਹੜਾ ਹੈ ਡੈਫੀਨੇਟਲੀ ਜਦੋਂ ਅੱਗੇ ਆਪਣੇ ਫਿਰ ਫਰਦਰ ਸਟੂਡੈਂਟਸ ਨੂੰ ਟੀਚ ਕਰਦਾ ਹੈ, ਉਹ ਸਟੂਡੈਂਟਸ ਟੀਚ ਹੋ ਕੇ ਜਾਂ ਤੇ ਆਪਣਾ ਕੁਝ ਸੈਟਅਪ ਕਰਦੇ ਹੈ, ਕਿਸੇ ਜੌਬ ਨੂੰ ਜੁਆਇਨ ਕਰਦੇ ਹਨ, ਕਿਸੇ ਕੋਈ ਆਪਣਾ ਨੇਲ ਸਟੂਡੀਓ ਖੋਲ੍ਹਦਾ ਹੈ। ਸੋ ਇਸ ਤਰ੍ਹਾਂ ਇਹ ਚੇਨ ਅੱਗੇ ਚੱਲਦੀ ਰਹਿੰਦੀ ਹੈ। ਸੋ ਟੀਚਰ ਆਪਣੇ ਸਟੂਡੈਂਟਸ ਨੂੰ ਗਾਈਡ ਕਰਦਾ ਹੈ, ਸਟੂਡੈਂਟਸ ਅੱਗੇ ਫਿਰ ਆਪਣੇ ਸਟੂਡੈਂਟਸ ਨੂੰ ਗਾਈਡ ਕਰਦੇ ਹਨ। ਸੋ ਇਸ ਤਰ੍ਹਾਂ ਟੀਚਿੰਗ ਦਾ ਪ੍ਰੋਫੈਸ਼ਨ ਜਿਹੜਾ ਹੈ ਸਾਡੇ ਵਾਸਤੇ ਤੇ ਫਾਇਦੇਮੰਦ ਹੁੰਦਾ ਹੀ ਹੈ, ਬਟ ਡੈਫੀਨੇਟਲੀ ਸਾਡੇ ਦੇਸ਼ ਨੂੰ ਵੀ ਤਰੱਕੀ ਕਰਨ ਦੇ ਵਿੱਚ ਜਿਹੜਾ ਹੈਲਪ ਕਰਦਾ ਹੈ। ਨੈਕਸਟ ਹੈ ਜੀ ਸੇਲਸ ਐਂਡ ਡੈਮੋਨਸਟ੍ਰੇਟਰ। ਸੋ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਏ ਤੇ ਕੰਪਨੀਜ਼ ਵੀ ਜਿਹੜੀਆਂ ਬਹੁਤ ਸਮਾਰਟ ਹੋ ਗਈਆਂ। ਅਗਰ ਕਿਸੇ ਕੰਪਨੀ 'ਚ ਵੀ ਅਸੀਂ ਕੱਲ ਨੂੰ ਜੌਬ ਕਰਨ ਜਾਂਦੇ ਹਾਂ, ਸੋ ਕੰਪਨੀਜ਼ ਵੀ ਜਿਹੜੀਆਂ ਉਹ ਸੋਚਦੀਆਂ ਕਿ ਸਾਨੂੰ ਜਿਹੜਾ ਬੰਦਾ ਹੈ ਉਹ ਇਸ ਤਰ੍ਹਾਂ ਦਾ ਮਿਲੇ ਜਿਹੜਾ ਟੈਕਨੀਕਲੀ ਵੀ ਸਟਰੋਂਗ ਹੋਵੇ ਔਰ ਜਿਹੜਾ ਹੈ ਕਿ ਸੇਲਸ ਦੇ ਵਿੱਚ ਵੀ ਸਟਰੋਂਗ ਹੋਵੇ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਟੈਕਨੋ ਸੇਲਸ ਬੰਦੇ ਜਿਹੜੇ ਆ ਉਹ ਦੇਖੇ ਜਾਂਦੇ ਹਨ। ਸੋ ਟੈਕਨੋ ਸੇਲਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਅੱਛਾ ਨੇਲ ਟੈਕਨੀਸ਼ੀਅਨ ਜਿਹੜਾ ਹੈ ਉਹਦੇ ਕੋਲ ਅਗਰ ਅੱਛੀ ਕਨਵਿੰਸਿੰਗ ਪਾਵਰ ਹੋਵੇ ਤੇ ਉਹ ਸੇਲ ਵੀ ਅੱਛੀ ਕਰ ਸਕਦਾ ਹੈ। ਸੋ ਇਸ ਤਰ੍ਹਾਂ ਟੈਕਨੋ ਸੇਲਸ ਰੋਲ ਜਿਹੜਾ ਹੈ ਉਹ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ, ਬਜਾਏ ਕਿ ਇਹਦੇ ਕਿ ਉਹ ਸਿਰਫ ਟੈਕਨੀਕਲੀ ਸਟਰੋਂਗ ਹੋਵੇ ਜਾਂ ਸਿਰਫ ਸੇਲਸ ਦੇ ਵਿੱਚ ਸਟਰੋਂਗ ਹੋਵੇ। ਸੋ ਟੈਕਨੋ ਸੇਲਸ ਜਿਹੜਾ ਰੋਲ ਅੱਜ ਦੀ ਡੇਟ ਦੇ ਵਿੱਚ ਸੇਲਸ ਔਰ ਡੈਮੋਨਸਟ੍ਰੇਟਰ ਜਿਹੜਾ ਹੈ ਉਹ ਜ਼ਿਆਦਾ ਡਿਮਾਂਡ 'ਚ ਹੈ। ਲਾਸਟ ਜਿਹੜਾ ਹੈ ਪਰ ਲੀਸਟ ਨਹੀਂ ਕਵਾਂਗੀ, ਡੈਫੀਨੇਟਲੀ ਮੀਡੀਆ ਟੈਕਨੀਸ਼ੀਅਨ। ਸੋ ਮੀਡੀਆ ਟੈਕਨੀਸ਼ੀਅਨਸ ਹੁੰਦੇ ਹਨ ਜਿਹੜੇ ਅੱਛੇ ਡਿਜ਼ਾਈਨਰਸ ਦੇ ਨਾਲ ਕੰਮ ਕਰਦੇ ਹਨ, ਬੈਕ ਸਟੇਜ ਜਿਹੜੇ ਉਹਨਾਂ ਦੇ ਮਾਡਲਸ ਹੁੰਦੇ ਹਨ ਉਹਨਾਂ ਨੂੰ ਰੈਡੀ ਕਰਨ ਦੇ ਵਿੱਚ ਹੈਲਪ ਕਰਦੇ ਹਨ। ਸੋ ਪੁਰਾਣੇ ਟਾਈਮ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਜਾਏ ਤੇ ਅੱਛਾ ਕਾਸਟਿਊਮ, ਮੇਕਅਪ ਔਰ ਹੇਅਰ ਦੇ ਉੱਤੇ ਫੋਕਸ ਕੀਤਾ ਜਾਂਦਾ ਸੀ, ਬਟ ਅੱਜ ਦੀ ਡੇਟ ਦੇ ਵਿੱਚ ਇੱਕ ਪ੍ਰੋਪਰ ਜਿਹੜਾ ਮਾਡਲ ਜਿਹੜਾ ਰੈਂਪ ਦੇ ਉੱਤੇ ਵਾਕ ਕਰਦਾ ਹੈ ਉਹ ਉਹੀ ਸਮਝਿਆ ਜਾਂਦਾ ਹੈ ਜਿਹਦਾ ਨੇਲਸ ਵੀ ਅੱਛੇ ਸਮਝੇ ਜਾਂਦੇ ਹਨ, ਜਿਹਦੇ ਨੇਲਸ ਵੀ ਸੁੰਦਰ ਲੱਗ ਰਹੇ ਹੁੰਦੇ ਹਨ। ਸੋ ਮੀਡੀਆ ਟੈਕਨੀਸ਼ੀਅਨ ਬਣ ਕੇ ਅਸੀਂ ਜਿਹੜਾ ਹੈ ਆਪਣੇ ਟਾਈਮ ਦੇ ਅਕੋਰਡਿੰਗਲੀ, ਆਪਣੇ ਕੰਫਰਟ ਦੇ ਅਕੋਰਡਿੰਗਲੀ ਜਿਹੜਾ ਹੈ ਅਸੀਂ ਵੱਡੇ ਡਿਜ਼ਾਈਨਰਸ ਨਾਲ ਜੁੜ ਕੇ ਉਹਨਾਂ ਦੇ ਨਾਲ ਬੈਕ ਸਟੇਜ ਕੰਮ ਕਰਕੇ ਅਸੀਂ ਆਪਣਾ ਜਿਹੜਾ ਕਰੀਅਰ ਅੱਗੇ ਵਧਾ ਸਕਦੇ ਹਾਂ। ਸੋ ਐਸੀ ਕੁਝ ਇੰਡਸਟਰੀ ਬਾਰੇ ਨੌਲੇਜ ਔਰ ਉਸ ਇੰਡਸਟਰੀ ਤੋਂ ਅੱਗੇ ਕਿਹੜੇ ਰੂਟਸ ਨਿਕਲਦੇ ਹਨ ਉਹਦੇ ਬਾਰੇ ਜਾਣਕਾਰੀ ਸੀ। ਸੋ ਕੋਈ ਵੀ ਅੱਛਾ ਨੇਲ ਟੈਕਨੀਸ਼ੀਅਨ ਬਣਨ ਤੋਂ ਪਹਿਲੇ ਜਿਹੜਾ ਹੈ ਸਾਨੂੰ ਨੇਲਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ ਵੇਲੇ ਬੜੀ ਆਮ ਜੀ ਚੀਜ਼ ਸਮਝਨੇ ਆ, ਅਸੀਂ ਹੱਥਾਂ ਦਾ, ਆਪਣੇ ਪੈਰਾਂ ਦਾ ਕੁਝ ਖਿਆਲ ਨਹੀਂ ਕਰਦੇ, ਬਟ ਜਦ ਕਿ ਹੱਥ ਔਰ ਪੈਰ ਸਾਡੇ ਵੀ ਜਿਹੜੇ ਹੈ ਉਨੇ ਇੰਪੋਰਟੈਂਟ ਹੁੰਦੇ ਜਿੰਨਾ ਕਿ ਸਾਡਾ ਫੇਸ ਹੁੰਦਾ ਹੈ, ਜਿੰਨਾ ਸਾਡਾ ਹੇਅਰ ਹੁੰਦੇ ਹੈ। ਸੋ ਨੇਲ ਐਨਾਟਮੀ ਦੇ ਵਿੱਚ ਜਿਹੜਾ ਹੈ ਮੈਂ ਕਵਰ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਸਟਰਕਚਰ। ਸੋ ਸਟਰਕਚਰ ਦੇ ਵਿੱਚ ਤੁਸੀਂ ਅਗਰ ਦੇਖੋ ਕਿ ਇਹ ਇੱਕ ਪਿਕਚਰ ਹੈ ਜਿਹੜੀ ਨੇਲ ਦੀ ਦਿਖਾਈ ਗਈ ਹੈ। ਸੋ ਉਹਨੂੰ 1 by 1 ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕਰ ਰਹੀ ਹਾਂ ਸੋ ਦੈਟ ਤੁਸੀਂ ਆਸਾਨੀ ਨਾਲ ਸਮਝ ਸਕੋ ਔਰ ਜਦੋਂ ਇਹਦੇ ਤੇ ਕੰਮ ਕਰੋ ਉਹਨਾਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਸਕੋ ਤਾਂ ਕਿ ਲਾਈਫ ਦੇ ਵਿੱਚ ਉਹ ਗਲਤੀਆਂ ਨਾ ਹੋਣ, ਨਾ ਹੀ ਉਹ ਸਾਡੇ ਵਾਸਤੇ ਨੁਕਸਾਨਦਾਇਕ ਹੋਣ ਔਰ ਨਾ ਹੀ ਅਸੀਂ ਜਿਹੜਾ ਕਲਾਇੰਟ ਅਟੈਂਡ ਕਰਨ ਜਾ ਰਹੇ ਹਾਂ ਉਹਨੂੰ ਕੋਈ ਨੁਕਸਾਨ ਪਹੁੰਚਾ ਸਕੀਏ। ਸੋ ਸਭ ਤੋਂ ਪਹਿਲੇ ਅਗਰ ਅਸੀਂ ਗੱਲ ਕਰੀਏ ਤੇ ਗੱਲ ਕਰਨੇ ਆ ਮੈਟ੍ਰਿਕਸ ਦੀ।
ਸੋ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਸਾਡੇ ਨੇਲ ਸਟਰਕਚਰ ਦਾ ਹੁੰਦਾ ਹੈ ਉਹ ਹੁੰਦਾ ਹੈ ਮੈਟ੍ਰਿਕਸ। ਅਗਰ ਤੁਸੀਂ ਦੇਖੋ ਇਹ ਮੈਟ੍ਰਿਕਸ ਇਹ ਵਾਲਾ ਏਰੀਆ ਹੈ ਜਿੱਥੇ ਮੈਂ ਹਾਈਲਾਈਟ ਕਰ ਰਹੀ ਹਾਂ। ਸੋ ਮੈਟ੍ਰਿਕਸ ਬੇਸਿਕਲੀ ਉਹ ਏਰੀਆ ਹੁੰਦਾ ਹੈ ਜਿਹੜੇ ਕਿ ਜਿੱਥੇ ਕਿ ਸਾਡੇ ਨੇਲਸ ਦੇ ਸੈਲਸ ਜਨਰੇਟ ਹੁੰਦੇ ਹਨ। ਸੋ ਇਹਨੂੰ ਫੈਕਟਰੀ ਵੀ ਕਿਹਾ ਜਾਂਦਾ ਨੇਲਸ ਦੀ। ਇੱਥੇ ਸਾਡੇ ਸੈਲਸ ਬਣਦੇ ਹਨ। ਇੱਥੇ ਬੇਸਿਕਲੀ ਸਾਡਾ ਇਸ ਏਰੀਆ ਤੋਂ ਜਿਹੜਾ ਨੇਲ ਜਿਹੜਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਫਿਰ ਹੌਲੀ ਹੌਲੀ ਗਰੋ ਕਰਦਾ ਹੋਇਆ ਇਸ ਤਰ੍ਹਾਂ ਅੱਗੇ ਗਰੋ ਕਰਕੇ ਸਾਡਾ ਨੇਲ ਜਿਹੜਾ ਹੈ ਫੁੱਲ ਫਾਰਮ ਲੈਂਦਾ ਹੈ। ਸੋ ਮੈਟ੍ਰਿਕਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਾਡੇ ਮੈਟ੍ਰਿਕਸ ਉੱਤੇ ਅਗਰ ਕੋਈ ਚੋਟ ਲੱਗਦੀ ਹੈ, ਡੈਮੇਜ ਹੁੰਦਾ ਹੈ, ਤੇ ਸਾਡਾ ਨੇਲ ਜਿਹੜਾ ਹੈ ਪਰਮਾਨੈਂਟਲੀ ਡੈਮੇਜ ਹੁੰਦਾ ਹੈ। ਸੋ ਕਦੀ ਕਦੀ ਤੁਸੀਂ ਦੇਖਦੇ ਹੋਵੋਗੇ ਕਿ ਹਾਂ ਸਾਡੇ ਕੋਈ ਰਿਸ਼ਤੇਦਾਰ ਹੈ ਜਾਂ ਸਾਡੇ ਕੋਈ ਨੋਨ ਹੈ, ਉਹਨਾਂ ਦਾ ਕੋਈ ਨੇਲ ਟੇਢਾ ਹੀ ਨਿਕਲਦਾ ਹੈ, ਟਿਲ ਲਾਈਫ ਉਹਨਾਂ ਦਾ ਟੇਢਾ ਹੀ ਨਿਕਲ ਰਿਹਾ ਹੈ। ਸੋ ਉਸ ਕੇਸ ਦਾ ਮਤਲਬ ਹੈ ਕਿ ਹਾਂ ਮੈਟ੍ਰਿਕਸ ਦੇ ਵਿੱਚ ਕੋਈ ਚੋਟ ਲੱਗੀ ਹੈ। ਸਮਟਾਈਮ ਸਾਡਾ ਉਂਗਲੀ ਜਿਹੜਾ ਦਰਵਾਜ਼ੇ 'ਚ ਆ ਜਾਂਦੀ ਹੈ, ਖਿੜਕੀ 'ਚ ਆ ਜਾਂਦੀ ਹੈ ਬਹੁਤ ਬੁਰੀ ਤਰ੍ਹਾਂ। ਸੋ ਉਹਦਾ ਮਤਲਬ ਹੈ ਕਿ ਅਸੀਂ ਸਾਡੀ ਜਿਹੜੀ ਫੈਕਟਰੀ ਹੈ ਨੇਲ ਦੀ ਜਿੱਥੇ ਅਸੀਂ ਸੈਲਸ ਜਨਰੇਟ ਕਰਦੇ ਹਾਂ, ਸੋ ਉਹ ਵੀ ਸਾਡੀ ਡੈਮੇਜ ਹੋ ਚੁੱਕੀ ਹੈ ਔਰ ਅਲਟੀਮੇਟਲੀ ਸਾਡਾ ਨੇਲ ਜਿਹੜਾ ਉਹ ਡੈਮੇਜਡ ਫਾਰਮ 'ਚ ਹੀ ਬਾਹਰ ਨਿਕਲੇਗਾ। ਸੈਕਿੰਡ ਸਾਡਾ ਇੰਪੋਰਟੈਂਟ ਪਾਰਟ ਹੁੰਦਾ ਹੈ ਲੂਨੂਲਾ। ਸੋ ਲੂਨੂਲਾ ਅਗਰ ਤੁਸੀਂ ਦੇਖੋ ਸੋ ਇਹ ਵਾਲਾ ਏਰੀਆ ਹੈ ਲੂਨੂਲਾ ਜਿਹੜਾ ਤੁਹਾਨੂੰ ਹਾਫ ਮੂਨ ਜਿਹਾ ਨਜ਼ਰ ਆ ਰਿਹਾ ਹੈ। ਸੋ ਇਹ ਦੇਖੋ ਇਹ ਹੈ ਲੂਨੂਲਾ। ਸੋ ਲੂਨੂਲਾ ਵੀ ਜਿਹੜਾ ਹੈ ਬਹੁਤ ਹੀ ਇੱਕ ਸੈਂਸਿਟਿਵ ਪਾਰਟ ਹੁੰਦਾ ਹੈ। ਸੋ ਸੈਂਸਿਟਿਵ ਪਾਰਟ ਇਸ ਕਰਕੇ ਹੁੰਦਾ ਹੈ ਕਿ ਜਦੋਂ ਸਾਡਾ ਨੇਲ ਜਨਰੇਟ ਕਰਦਾ ਹੈ ਤੇ ਇਹ ਸਭ ਤੋਂ ਸੌਫਟੈਸਟ ਜਿਹੜਾ ਹੁੰਦਾ ਹੈ ਉਹ ਟਿਸ਼ੂਜ਼ ਹੁੰਦੇ ਇੱਥੇ। ਉਸ ਤੋਂ ਬਾਅਦ ਜਿਹੜਾ ਨੇਲ ਹੌਲੀ ਹੌਲੀ ਇਸ ਤੋਂ ਅੱਗੇ ਜਦੋਂ ਵੱਧਦਾ ਹੈ ਤੇ ਹਾਰਡ ਹੋਣਾ ਸ਼ੁਰੂ ਹੁੰਦਾ ਹੈ। ਸੋ ਇਸ ਏਰੀਆ ਦਾ ਵੀ ਸਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਦੇ ਤੇ ਵੀ ਕੋਈ ਡੈਮੇਜ ਨਾ ਹੋਵੇ। ਜਿੰਨਾ ਅੱਛਾ ਲੂਨੂਲਾ, ਜਿੰਨਾ ਅੱਛਾ ਸਾਨੂੰ ਇਹ ਸਾਡਾ ਹਾਫ ਮੂਨ ਨਜ਼ਰ ਆਉਂਦਾ ਹੈ, ਉਨਾ ਹੀ ਸਾਡਾ ਸਟਰੋਂਗ ਨੇਲ ਹੁੰਦਾ ਹੈ ਔਰ ਉਨਾ ਹੀ ਹੈਲਦੀ ਨੇਲ ਹੁੰਦਾ ਹੈ। ਜਿੰਨਾ ਲੂਨੂਲਾ ਘੱਟ ਨਜ਼ਰ ਆਉਂਦਾ ਹੈ ਸਾਡਾ, ਉਨਾ ਹੀ ਸਾਨੂੰ ਅੰਦਰ ਬੋਡੀ 'ਚ ਸਾਡੇ ਵੀਕਨੈਸ ਹੁੰਦੀ ਹੈ। ਮੇਬੀ ਕਿਸੇ ਸਪਲੀਮੈਂਟ ਦੀ ਹੋ ਸਕਦੀ ਹੈ, ਮਲਟੀਵਿਟਾਮਿਨਸ ਦੀ ਹੋ ਸਕਦੀ ਹੈ। ਸੋ ਇਸ ਲੂਨੂਲਾ ਦਾ ਵੀ ਜਦੋਂ ਅਸੀਂ ਨੇਲਸ ਉੱਤੇ ਕੰਮ ਕਰਨੇ ਆ ਸਾਨੂੰ ਇਹਦਾ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਨੈਕਸਟ ਆਉਂਦਾ ਜੀ ਥਰਡ ਪਾਰਟ ਸਾਡਾ ਪ੍ਰੋਕਸੀਮਲ ਨੇਲ ਫੋਲਡ ਹੈ। ਸੋ ਪ੍ਰੋਕਸੀਮਲ ਨੇਲ ਫੋਲਡ ਅਗਰ ਤੁਸੀਂ ਦੇਖੋ ਤੇ ਇਹ ਹੈ ਪ੍ਰੋਕਸੀਮਲ ਨੇਲ ਫੋਲਡ। ਸੋ ਇਹ ਸਕਿਨ ਇਹ ਜਿਹੜਾ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਫੋਲਡ ਹੈ। ਸੋ ਇਹਦੇ ਅਕੋਰਡਿੰਗਲੀ ਸਾਡੀ ਨੇਲ ਜਿਹੜਾ ਹੈ ਉਹ ਸ਼ੇਪ ਲੈਂਦਾ ਵਾ। ਇਹ ਤੁਸੀਂ ਸਾਰਾ ਏਰੀਆ ਦੇਖੋਗੇ ਤੇ ਇਹ ਨੇਲ ਫੋਲਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਬਟ ਇਸ ਏਰੀਆ ਦਾ ਨਾਮ ਜਿਹੜਾ ਹੈ ਪ੍ਰੋਕਸੀਮਲ ਫੋਲਡ ਹੈ। ਸੋ ਪ੍ਰੋਕਸੀਮਲ ਫੋਲਡ ਜਿਹੜਾ ਹੈ ਪ੍ਰੋਕਸੀਮਲ ਫੋਲਡ ਜਿਹੜਾ ਹੈ ਉਹ ਅਟੈਚ ਕਰਦਾ ਹੈ ਇਸ ਮੈਟ੍ਰਿਕਸ ਏਰੀਆ ਨੂੰ ਤੇ ਲੂਨੂਲਾ ਏਰੀਆ ਨੂੰ। ਸੋ ਇਹ ਬੇਸਿਕਲੀ ਇਹ ਕਵਰ ਕਰਕੇ ਰੱਖਦਾ ਸਾਡੇ ਏਰੀਆ ਨੇਲਸ ਨੂੰ, ਨੇਲ ਦਾ ਏਰੀਆ ਜਿਹੜਾ ਹੁੰਦਾ ਉਹਨੂੰ ਕਵਰ ਕਰਕੇ ਰੱਖਦਾ ਹੈ ਸੋ ਦੈਟ ਕਿ ਕੋਈ ਬੈਕਟੀਰੀਆ ਜਾਂ ਇਨਫੈਕਸ਼ਨ ਜਾਂ ਫੰਗਸ ਜਿਹੜਾ ਹੈ ਉਹ ਅੰਦਰ ਟ੍ਰਾਂਸਫਰ ਨਾ ਕਰੇ ਔਰ ਸਾਡੇ ਨੇਲ ਨੂੰ ਡੈਮੇਜ ਨਾ ਕਰੇ। ਨੈਕਸਟ ਏਰੀਆ ਆਉਂਦਾ ਹੈ ਸਾਡਾ ਜੀ ਇਪੋਨੀਕੀਅਮ। ਸੋ ਇਹ ਹੈ ਇਪੋਨੀਕੀਅਮ। ਸੋ ਇਪੋਨੀਕੀਅਮ ਜਿਹੜੀ ਪਤਲੀ ਜੀ ਸਕਿਨ ਹੁੰਦੀ ਹੈ, ਇਹ ਲਿਵਿੰਗ ਟਿਸ਼ੂਜ਼ ਹੁੰਦੇ ਆ। ਸੋ ਜਦੋਂ ਅਸੀਂ ਕਿਊਟੀਕਲਸ, ਇਹਨੂੰ ਕਿਊਟੀਕਲ ਏਰੀਆ ਵੀ ਕਈ ਲੋਕ ਕਹਿੰਦੇ ਆ, ਬਟ ਇਹ ਸਾਰੇ ਦਾ ਸਾਰਾ ਕਿਊਟੀਕਲ ਏਰੀਆ ਨਹੀਂ ਹੁੰਦਾ। ਸੋ ਕਿਊਟੀਕਲ ਏਰੀਆ ਦੇ ਵਿੱਚ ਜਿਹਨੂੰ ਕਹਿੰਦੇ ਆ ਪ੍ਰੋਕਸੀਮਲ ਨੇਲ ਫੋਲਡ ਵੀ ਹੁੰਦਾ ਹੈ, ਇਪੋਨੀਕੀਅਮ ਵੀ ਹੁੰਦਾ ਹੈ। ਸੋ ਇਪੋਨੀਕੀਅਮ ਜਿਹੜੇ ਹੁੰਦੇ ਆ ਸਾਡੇ ਲਿਵਿੰਗ ਸੈਲਸ ਹੁੰਦੇ ਆ, ਲਿਵਿੰਗ ਟਿਸ਼ੂਜ਼ ਹੁੰਦੇ ਆ। ਸਮਟਾਈਮਸ ਜਦੋਂ ਅਸੀਂ ਕਿਊਟੀਕਲ ਏਰੀਆ ਦੇ ਉੱਤੇ ਕੰਮ ਕਰਨੇ ਆ, ਕਿਊਟੀਕਲ ਨੂੰ ਪੁਸ਼ ਕਰਨੇ ਆ ਕਹਿੰਦੇ ਆ ਅਸੀਂ, ਜਾਂ ਕਿਊਟੀਕਲ ਨੂੰ ਕੱਟ ਕਰਨੇ ਆ, ਸੋ ਜਦੋਂ ਅਸੀਂ ਇਸ ਲਿਵਿੰਗ ਟਿਸ਼ੂਜ਼ ਨੂੰ ਜਿਹੜੇ ਹੈ ਕੱਟ ਕਰ ਦਿੰਦੇ ਆ, ਬਲੀਡਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਔਰ ਇਨਫੈਕਸ਼ਨ ਫੈਲਣ ਦੇ ਚਾਂਸਸ ਹੋ ਜਾਂਦੇ ਆ, ਬੈਕਟੀਰੀਆ ਫੈਲਣ ਦੇ ਚਾਂਸਸ ਹੋ ਜਾਂਦੇ ਆ ਔਰ ਸਮਟਾਈਮਸ ਜਿਹਨੂੰ ਕਹਿੰਦੇ ਆ ਕਿ ਹਾਂ ਏਡਸ ਫੈਲਣ ਦੇ ਚਾਂਸਸ ਵੀ ਜਿਹੜਾ ਉਹ ਵੱਧ ਜਾਂਦੇ ਹਨ। ਨੈਕਸਟ ਹੈ ਜੀ ਸਾਡਾ ਪਾਰਟ ਕਿਊਟੀਕਲ ਪਾਰਟ। ਸੋ ਕਿਊਟੀਕਲ ਪਾਰਟ ਜਿਹੜਾ ਸਾਰੇ ਦਾ ਸਾਰਾ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਹ ਸਾਰਾ ਅਸੀਂ ਜਿਹਨੂੰ ਅਸੀਂ ਕਿਊਟੀਕਲ ਏਰੀਆ ਕਹਿੰਦੇ ਆ, ਸਾਰਾ ਸਾਡਾ ਕਿਊਟੀਕਲ ਏਰੀਆ ਨਹੀਂ ਹੁੰਦਾ। ਉਹਦੇ 'ਚ ਇਪੋਨੀਕੀਅਮ ਹੁੰਦੀ ਹੈ ਸਕਿਨ, ਉਹਦੇ 'ਚ ਪ੍ਰੋਕਸੀਮਲ ਫੋਲਡ ਹੁੰਦਾ ਹੈ ਜਿਹੜਾ ਕਿ ਉਹਨੂੰ ਕਵਰ ਕਰਕੇ ਰੱਖਦਾ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਜਦੋਂ ਅਸੀਂ ਕਿਊਟੀਕਲਸ ਨੂੰ ਪੁਸ਼ ਕਰਨੇ ਆ, ਇਹਨਾਂ ਦੋਨਾਂ ਨੂੰ ਪੁਸ਼ ਕਰਨੇ ਆ, ਇਪੋਨੀਕੀਅਮ ਨੂੰ ਪੁਸ਼ ਕਰਨੇ ਆ, ਪ੍ਰੋਕਸੀਮਲ ਨੇਲ ਫੋਲਡ ਨੂੰ ਪੁਸ਼ ਕਰਨੇ ਆ, ਤਾਂ ਸਾਡੇ ਨੀਚੋਂ ਜਿਹੜੀ ਇਹਦੇ ਸਕਿਨ ਨਿਕਲ ਕੇ ਆਉਂਦੀ ਹੈ, ਜਿਹੜੀ ਡੈਡ ਹੋ ਚੁੱਕੀ ਹੁੰਦੀ ਹੈ, ਰੁੱਖੀ ਸੁੱਕੀ ਹੁੰਦੀ ਹੈ, ਨॉन ਲਿਵਿੰਗ ਹੁੰਦੀ ਹੈ, ਉਸ ਏਰੀਆ ਨੂੰ ਕਿਊਟੀਕਲ ਏਰੀਆ ਕਿਹਾ ਜਾਂਦਾ ਹੈ। ਸੋ ਐਕਚੁਅਲੀ ਅਸੀਂ ਕਿਊਟੀਕਲ ਨੂੰ ਜਿਹੜਾ ਹੈ, ਨॉन ਲਿਵਿੰਗ ਸਕਿਨ ਨੂੰ ਜਿਹੜਾ ਹੈ ਅਸੀਂ ਕੱਟ ਕਰਨਾ ਹੁੰਦਾ ਹੈ, ਕਲੀਨ ਕਰਨਾ ਹੁੰਦਾ ਹੈ ਔਰ ਧਿਆਨ ਰੱਖਣਾ ਹੁੰਦਾ ਹੈ ਕਿ ਸਾਡਾ ਇਪੋਨੀਕੀਅਮ ਤੇ ਪ੍ਰੋਕਸੀਮਲ ਫੋਲਡ ਏਰੀਆ ਜਿਹੜਾ ਹੈ ਉਹਨੂੰ ਕੋਈ ਡੈਮੇਜ ਨਾ ਪਹੁੰਚੇ। ਨੈਕਸਟ ਏਰੀਆ ਹੈ ਜੀ ਸਾਡਾ ਨੇਲ ਬੈਡ। ਸੋ ਨੇਲ ਬੈਡ ਜਿਹੜਾ ਹੈ ਉਹ ਸਾਡਾ ਇਹ ਏਰੀਆ ਹੁੰਦਾ ਹੈ ਜਿਹਦੇ ਉੱਤੇ ਸਾਡਾ ਨੇਲ ਪਲੇਟ ਜਿਹੜਾ ਉਹ ਰੈਸਟ ਕਰਦਾ ਹੈ। ਸੋ ਬੇਸਿਕਲੀ ਨੇਲ ਬੈਡ ਜਿਹੜਾ ਹੈ ਇਹ ਨੀਚੇ ਸਾਰੀ ਸਕਿਨ ਹੁੰਦੀ ਹੈ
ਜਿਹੜੀ ਕਿ ਜਿਹਦੇ ਵਿੱਚ ਵੇਨਸ ਹੁੰਦੀਆਂ ਹਨ, ਜਿਹੜਾ ਕਿ ਬਲੱਡ ਸਰਕੂਲੇਟ ਕਰਨ 'ਚ ਹੈਲਪ ਕਰਦਾ ਹੈ, ਨੇਲ ਤੱਕ ਅੰਦਰ ਤੱਕ ਜਿਹੜਾ ਹੈ ਬਲੱਡ ਪਹੁੰਚਾਉਣ 'ਚ ਹੈਲਪ ਕਰਦਾ ਹੈ। ਸੋ ਬੇਸਿਕਲੀ ਇਹ ਸਕਿਨ ਹੈ ਸਾਰੀ ਨੀਚੇ ਦੀ, ਜਿਹਦੇ ਉੱਤੇ ਸਾਡਾ ਨੇਲ ਟਿਕਿਆ ਹੁੰਦਾ ਹੈ, ਉਹਨੂੰ ਅਸੀਂ ਨੇਲ ਬੈਡ ਕਹਿੰਦੇ ਹਾਂ, ਨੇਲ ਪਲੇਟ। ਇੱਥੋਂ ਦੀ ਲੈ ਕੇ ਇੱਥੋਂ ਤੱਕ ਜਿਹੜਾ ਸਾਰਾ ਏਰੀਆ ਹੈ ਸਾਡਾ ਨੇਲ ਪਲੇਟ ਹੈ। ਸੋ ਨੇਲ ਪਲੇਟ ਬੇਸਿਕਲੀ ਕਿਹਾ ਜਾ ਸਕਦਾ ਹੈ ਕਿ ਉਹ ਏਰੀਆ ਹੈ ਜਿਹਦੇ ਉੱਤੇ ਤੁਸੀਂ ਸਾਰੇ ਨੇਲ ਦੇ ਉੱਤੇ ਨੇਲ ਪਾਲਿਸ਼ ਦਾ ਅਪਲਾਈ ਕਰਦੇ ਹੋ, ਨੇਲ ਪੇਂਟ ਜਿਹਨੂੰ ਕਹਿੰਦੇ ਆ ਜਾਂ ਨੇਲ ਲੈਕਰ ਕਹਿੰਦੇ ਆ ਅੱਜ ਕੱਲ੍ਹ ਦੀ ਡੇਟ 'ਚ, ਉਹਦਾ ਐਪਲੀਕੇਸ਼ਨ ਕਰਦੇ ਹੋ। ਉਹ ਸਾਰੀ ਜਿਹੜਾ ਏਰੀਆ ਹੈ ਇੱਥੋਂ ਦੀ ਲੈ ਕੇ ਇੱਥੋਂ ਤੱਕ ਉਹਨੂੰ ਨੇਲ ਪਲੇਟ ਕਿਹਾ ਜਾਂਦਾ ਹੈ। ਸੋ ਬੇਸਿਕਲੀ ਨੇਲ ਪਲੇਟ ਜਿਹੜਾ ਹੈ ਸਾਡਾ ਕੈਰਾਟਿਨ ਦੇ ਨਾਲ ਬਣਿਆ ਹੁੰਦਾ ਹੈ। ਸੋ ਕੈਰਾਟਿਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ। ਸੋ ਜਦੋਂ ਅਸੀਂ ਨੇਲ ਨੂੰ ਹਾਰਸ਼ਲੀ ਜਿਹੜਾ ਹੈ ਅਸੀਂ ਯੂਜ਼ ਕਰਨੇ ਆ, ਸੋ ਨੇਲਸ ਦੇ ਉੱਤੇ ਹਾਰਸ਼ਲੀ ਬਫ ਕਰਨੇ ਆ, ਉਸ ਕੇਸ ਦੇ ਵਿੱਚ ਜਿਹੜਾ ਹੈ ਸਾਡਾ ਜਿਹੜਾ ਨੇਲ ਉੱਪਰ ਵਾਲੀ ਲੇਅਰ ਜਿਹੜੀ ਹੈ ਡੈਮੇਜ ਹੋ ਜਾਂਦੀ ਹੈ ਔਰ ਹੌਲੀ ਹੌਲੀ ਸਾਡਾ ਨੇਲ ਜਿਹੜਾ ਹੈ ਉਹ ਵੀਕ ਹੋਣਾ ਸਟਾਰਟ ਹੋ ਜਾਂਦਾ ਹੈ। जी मैम थोड़ा जूम करके दिखा दोगे स्क्रीन, बच्चे ना समझना चाहते हैं जेडे हाँ जी क्लियर नहीं हो रही थोड़ी स्क्रीन। हाँ जी ठीक है जी, ठीक। सो ਇਹ ਹੈ ਸਾਡਾ ਮੈਟ੍ਰਿਕਸ ਏਰੀਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ, ਜਿਹੜਾ ਕਿ ਸਾਡਾ ਫੈਕਟਰੀ ਹੁੰਦੀ ਹੈ। ਉਸ ਤੋਂ ਬਾਅਦ ਮੈਂ ਪ੍ਰੋਕਸੀਮਲ ਨੇਲ ਫੋਲਡ ਦੀ ਗੱਲ ਕੀਤੀ ਸੀ। ਪ੍ਰੋਕਸੀਮਲ ਨੇਲ ਫੋਲਡ ਦੇ ਨਾਲ ਹੀ ਪਤਲੀ ਜੀ ਲੇਅਰ ਹੁੰਦੀ ਹੈ ਇਪੋਨੀਕੀਅਮ ਜਿਹਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਸਾਡੀ ਲਿਵਿੰਗ ਸਕਿਨ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਲੂਨੂਲਾ ਬਾਰੇ। ਸੋ ਇਹ ਹਾਫ ਮੂਨ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੈ ਇਹਦੇ ਐਂਡ ਤੇ ਨੇਲ ਤੇ, ਇਹ ਲੂਨੂਲਾ ਕਿਹਾ ਜਾਂਦਾ ਹੈ। ਸੋ ਇਹ ਹੈ ਕਿਊਟੀਕਲ ਜਿਹੜਾ ਸਕਿਨ ਨੂੰ ਥੋੜਾ ਜਿਹਾ ਪੁਸ਼ ਕਰਨ ਤੋਂ ਬਾਅਦ ਜਿਹੜਾ ਨੀਚੇੋਂ ਡੈਡ ਸਕਿਨ ਜਾਂ ਨੌਨ ਲਿਵਿੰਗ ਟਿਸ਼ੂਜ਼ ਨਜ਼ਰ ਆਉਂਦੇ ਹਨ, ਉਹ ਕਿਊਟੀਕਲ ਏਰੀਆ ਹੁੰਦਾ ਹੈ ਸਾਡਾ। ਸੋ ਇਹ ਹੈ ਸਾਡਾ ਨੇਲ ਬੈਡ, ਜਿਹੜੀ ਨੀਚੇ ਹੈ ਸਾਰੀ ਸਕਿਨ ਤੁਹਾਨੂੰ ਨਜ਼ਰ ਆਉਂਦੀ, ਜਿਹਦੇ ਉੱਤੇ ਸਾਡਾ ਨੇਲ ਜਿਹੜਾ ਉਹ ਬਣਿਆ ਹੁੰਦਾ ਹੈ, ਨੇਲ ਜਿਹੜਾ ਟਿਕਦਾ ਹੋਇਆ ਜਿਹਦੇ ਉੱਤੇ ਸਾਰਾ, ਉਹ ਸਾਰਾ ਸਾਡਾ ਨੇਲ ਬੈਡ ਹੁੰਦਾ ਹੈ। ਸੋ ਉਸ ਤੋਂ ਇਲਾਵਾ ਜਿਹੜਾ ਹੈ ਸੋ ਨੈਕਸਟ ਹੈ ਸਾਡਾ ਪੈਰੀਨੀਕੀਅਮ। ਸੋ ਪੈਰੀਨੀਕੀਅਮ ਜਿਹੜਾ ਹੈ ਇਹ ਏਰੀਆ ਹੈ ਸਾਡਾ ਪੈਰੀਨੀਕੀਅਮ। ਸੋ ਪੈਰੀਨੀਕੀਅਮ ਜਿਹੜਾ ਹੈ ਨੇਲ ਦੇ ਆਸੇ-ਪਾਸੇ ਜਿਹੜਾ ਹੈ ਇਹ ਏਰੀਆ ਜਿਹੜਾ ਕਿ ਪ੍ਰੋਟੈਕਟ ਕਰਦਾ ਹੈ ਨੇਲ ਨੂੰ, ਇਹ ਸਾਈਡ, ਉਹਨੂੰ ਪੈਰੀਨੀਕੀਅਮ ਕਹਿੰਦੇ ਹਨ। ਇਹਨੂੰ ਵੀ ਮੈਂ ਹੁਣੇ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੀ ਹਾਂ। ਸੋ ਇਹ ਪੈਰੀਨੀਕੀਅਮ ਉਹ ਏਰੀਆ ਹੁੰਦਾ ਹੈ ਕਿ ਜਿੱਥੇ ਅਸੀਂ ਸਮਟਾਈਮਸ ਦੇਖਦੇ ਹਾਂ ਕਿ ਪਤਲੀ ਪਤਲੀ ਸਕਿਨ ਉਖੜ ਕੇ ਬਾਹਰ ਆ ਜਾਂਦੀ ਹੈ, ਜਿਹਨੂੰ ਅਸੀਂ ਕਦੀ ਬਾਈਟ ਕਰ ਦਿੰਦੇ ਹਾਂ। ਔਰ ਜਿਸ ਤਰ੍ਹਾਂ ਇਸ ਏਰੀਆ ਤੇ ਵੀ ਸਾਡੇ ਕਦੀ ਜਿਹੜਾ ਹੈ ਉਹ ਸਕਿਨ ਨਿਕਲ ਕੇ ਪਤਲੀ ਪਤਲੀ ਆ ਜਾਂਦੀ ਹੈ, ਅਸੀਂ ਉਹਨੂੰ ਬਾਈਟ ਕਰਨੇ ਆ। ਸੋ ਸਾਨੂੰ ਉਸ ਸਕਿਨ ਨੂੰ ਜਿਹੜਾ ਹੈ ਬਾਈਟ ਨਹੀਂ ਕਰਨਾ ਚਾਹੀਦਾ, ਜਿਹੜੀ ਇੱਥੇ ਹੈਂਗਿੰਗ ਸਕਿਨ ਆ ਜਾਂਦੀ ਹੈ, ਸਾਨੂੰ ਉਹਨੂੰ ਆਰਾਮ ਨਾਲ ਕਿਸੇ ਨੇਲ ਕਟਰ ਦੇ ਨਾਲ ਜਿਹੜਾ ਹੈ ਆਰਾਮ ਨਾਲ ਨਿਕਾਲਣਾ ਚਾਹੀਦਾ, ਉਹਨੂੰ ਖਿੱਚ ਕੇ ਕਦੀ ਨਹੀਂ ਨਿਕਾਲਣਾ ਚਾਹੀਦਾ। ਸੋ ਪੈਰੀਨੀਕੀਅਮ ਜਿਹੜਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਨੀ ਆ। ਸੋ ਇਹ ਹੈ ਪੈਰੀਨੀਕੀਅਮ, ਜਿੱਥੇ ਪਤਲੀ ਪਤਲੀ ਬਹੁਤ, ਜਿਹਨੂੰ ਸੌਫਟ ਸਕਿਨ ਕਹਿੰਦੇ ਉਹ ਰਹਿੰਦੀ ਹੈ, ਜਿਹੜੀ ਕਿ ਅਸੀਂ ਸਮਟਾਈਮਸ ਖਿੱਚ ਦਿੰਦੇ ਹਾਂ ਔਰ ਉਸ ਤੋਂ ਬਾਅਦ ਜਿਹੜਾ ਬਲੀਡਿੰਗ ਹੋਣ ਲੱਗ ਜਾਂਦੀ ਹੈ ਔਰ ਸਮਟਾਈਮਸ ਜਿਹੜਾ ਹੈ ਸਾਡਾ ਨੇਲ ਭਰ ਵੀ ਜਾਂਦਾ ਹੈ, ਇਨਫੈਕਸ਼ਨ ਹੋਣ ਦੇ ਚਾਂਸਸ ਹੋ ਜਾਂਦੇ ਹਨ। ਹਾਈਪੋਨੀਕੀਅਮ, ਸੋ ਥੋੜੇ ਜਿਹੇ ਟੈਕਨੀਕਲ ਵਰਡਸ ਹੈ ਡੈਫੀਨੇਟਲੀ, ਬਟ ਜਿਸ ਤਰ੍ਹਾਂ ਅਸੀਂ ਰੂਟੀਨ ਦੇ ਵਿੱਚ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰਨੇ ਆ, ਉਸ ਤਰ੍ਹਾਂ ਹੀ ਜਿਹੜਾ ਹੈ ਸਾਡਾ ਉਹ ਫਲੋ ਜਿਹੜਾ ਬਣ ਜਾਂਦਾ ਹੈ। ਔਰ ਮੋਰ ਓਵਰ ਇੱਕ ਕਲਾਇੰਟ ਨੂੰ ਕਨਵਿੰਸ ਕਰਨ ਦੇ ਵਿੱਚ ਇਹਨਾਂ ਵਰਡਸ ਨੂੰ, ਟੈਕਨੀਕਲ ਵਰਡਸ ਨੂੰ ਯੂਜ਼ ਕਰਕੇ ਕਲਾਇੰਟਸ ਨੂੰ ਕਨਵਿੰਸ ਕਰਨ ਵਾਸਤੇ, ਜਾਂ ਕੱਲ ਨੂੰ ਤੁਸੀਂ ਟੀਚ ਕਰਦੇ ਹੋ ਤੇ ਉਸ ਟਾਈਮ ਤੇ ਤੁਹਾਡਾ ਇਹ ਬਹੁਤ ਵਧੀਆ ਜਿਹੜਾ ਹੈ ਰੋਲ ਪਲੇ ਕਰਦੇ ਹੈ। ਸੋ ਇਹਨਾਂ ਵਰਡਸ ਨੂੰ ਹੌਲੀ ਹੌਲੀ ਯਾਦ ਕਰੋ। ਸੋ ਇਹ ਹੈ ਸਾਡਾ ਜੀ ਹਿਪੋਨੀਕੀਅਮ। ਸੋ ਹਿਪੋਨੀਕੀਅਮ ਅਗਰ ਤੁਸੀਂ ਦੇਖ ਰਹੇ ਹੋ ਤੇ ਹਿਪੋਨੀਕੀਅਮ ਜਿਹੜਾ ਹੁੰਦਾ ਹੈ, ਜਿਹੜੀ ਸਾਡਾ ਨੇਲ ਬੈਡ ਸੀ, ਯਾਨੀ ਕਿ ਜਿਹੜੀ ਸਕਿਨ ਸੀ ਔਰ ਜਿਹੜਾ ਸਾਡਾ ਨੇਲ ਸੀ, ਉਹਨਾਂ ਦੋਨਾਂ ਨੂੰ ਜੋੜਨ ਵਾਸਤੇ ਜਿਹੜਾ ਹੈ ਅੱਗੇ ਸਕਿਨ ਦਾ ਜੁਆਇੰਟ ਹੁੰਦਾ ਹੈ, ਉਹਨੂੰ ਹਿਪੋਨੀਕੀਅਮ ਕਿਹਾ ਜਾਂਦਾ ਹੈ। ਸੋ ਸਮਟਾਈਮਸ ਜਿਹੜੇ ਕਈ ਲੋਕ ਜਿਹੜੇ ਕੰਮ ਕਰਦੇ ਆ, ਉਸ ਇਸ ਜਗ੍ਹਾ ਨੂੰ ਵੀ ਕਲੀਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਸ਼ਾਰਪ ਟੂਲ ਦੇ ਨਾਲ, ਜਿਹਦੇ ਨਾਲ ਕਿ ਇਹ ਸਕਿਨ ਸਾਡੀ ਇੱਥੋਂ ਕੱਟ ਜਾਂਦੀ ਹੈ। ਜਦੋਂ ਇਹ ਸਕਿਨ ਸਾਡੀ ਇੱਥੋਂ ਕੱਟ ਜਾਂਦੀ ਹੈ, ਜੋੜ ਜਿਹੜਾ ਖੁੱਲ ਜਾਂਦਾ ਵੈ, ਤਾਂ ਵੀ ਸਾਡੇ ਅੰਦਰ ਜਿਹੜੇ ਹੈ ਫੰਗਸ ਇਨਫੈਕਸ਼ਨ ਫੈਲਣ ਦੇ, ਬੈਕਟੀਰੀਆ ਫੈਲਣ ਦੇ ਚਾਂਸਸ ਹੁੰਦੇ ਹੈ। ਸੋ ਸਾਨੂੰ ਹਿਪੋਨੀਕੀਅਮ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਜਦੋਂ ਅਸੀਂ ਨੇਲਸ ਨੂੰ ਤਿਆਰ ਕਰ ਰਹੇ ਹਾਂ, ਨੇਲਸ ਨੂੰ ਅਸੀਂ ਪ੍ਰਿਪੇਅਰ ਕਰਨੇ ਆ। ਸੋ ਹਿਪੋਨੀਕੀਅਮ ਤੇ ਵੀ ਧਿਆਨ ਦਿਓ ਤੁਸੀਂ।
ਸੋ ਨੈਕਸਟ ਹੈ ਸਾਡਾ ਫ੍ਰੀ ਐਜ। ਸੋ ਇਹ ਹੈ ਸਾਡਾ ਫ੍ਰੀ ਐਜ। ਇੱਥੋਂ ਤੱਕ ਸਾਡਾ ਜਿਹੜਾ ਨੇਲ ਹੈ ਉਹ ਸਕਿਨ ਦੇ ਨਾਲ ਜੁੜਿਆ ਹੁੰਦਾ ਹੈ। ਸਕਿਨ ਤੋਂ ਬਾਹਰ ਜਿਹੜਾ ਸਾਡਾ ਏਰੀਆ ਨੇਲ ਦਾ ਗਰੋ ਕਰਨਾ ਸ਼ੁਰੂ ਕਰਦਾ ਉਹਨੂੰ ਫ੍ਰੀ ਐਜ ਕਹਿੰਦੇ ਆ। ਸੋ ਫ੍ਰੀ ਐਜ ਉਹ ਏਰੀਆ ਹੁੰਦਾ ਜਿਹਨੂੰ ਅਸੀਂ ਫਾਈਲ ਦੇ ਨਾਲ ਸ਼ੇਪ ਕਰਨੇ ਆ ਜਾਂ ਕੱਟ ਕਰਨੇ ਆ, ਉਹ ਸਾਡਾ ਫ੍ਰੀ ਐਜ ਹੁੰਦਾ। ਸੋ ਇਹਦੇ ਨਾਲ ਸਕਿਨ ਕੋਈ ਅਟੈਚਡ ਨਹੀਂ ਹੁੰਦੀ। ਇਹਨੂੰ ਤੁਸੀਂ ਇਸ ਏਰੀਆ ਨੂੰ ਕਿਸੇ ਵੀ ਸ਼ੇਪ 'ਚ ਬਣਾ ਸਕਦੇ ਹੋ, ਬਟ ਕੱਟਣ ਵੇਲੇ ਧਿਆਨ ਰੱਖਣਾ ਕਿ ਹਿਪੋਨੀਕੀਅਮ ਤੱਕ ਸਾਡਾ ਜਿਹੜਾ ਨੇਲ ਕਟਰ ਨਹੀਂ ਪਹੁੰਚਣਾ ਚਾਹੀਦਾ। ਉਸ ਜੁਆਇੰਟ ਤੱਕ ਸਾਡਾ ਨੇਲ ਜਿਹੜਾ ਕਟਰ ਹੈ ਉਹ ਨਹੀਂ ਪਹੁੰਚਣਾ ਚਾਹੀਦਾ। ਫ੍ਰੀ ਐਜ ਦਾ ਜਿਹੜਾ ਥੋੜਾ ਜਿਹਾ ਇੱਕ 1 ਹੇਅਰਲਾਈਨ ਮਾਰਜਨ ਰੱਖ ਕੇ ਸਾਨੂੰ ਜਿਹੜਾ ਹੈ ਹਮੇਸ਼ਾ ਨੇਲ ਨੂੰ ਕੱਟ ਕਰਨਾ ਚਾਹੀਦਾ ਹੈ, ਸੋ ਦੈਟ ਸਾਡਾ ਹਿਪੋਨੀਕੀਅਮ ਜਿਹੜਾ ਹੈ ਉਹ ਡੈਮੇਜ ਨਹੀਂ ਹੋਵੇ। ਸੋ ਆਈ ਥਿੰਕ ਇੱਥੋਂ ਤੱਕ ਕਲੀਅਰ ਹੈ। ਤੁਹਾਨੂੰ ਕੁਝ ਪੁੱਛਣਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਸੋ ਇਹ ਹੈ ਸੀ ਸਾਡਾ ਨੇਲ ਪਲੇਟ ਜਿਹੜਾ ਕੈਰਾਟਿਨ ਨਾਲ ਬਣਿਆ ਹੁੰਦਾ ਹੈ। ਇਹ ਸੀ ਸਾਡਾ ਹਿਪੋਨੀਕੀਅਮ। ਇਹ ਹੈ ਸਾਡਾ ਫ੍ਰੀ ਐਜ, ਨੇਲ ਬੈਡ ਯਾਨੀ ਸਕਿਨ, ਲੂਨੂਲਾ, ਕਿਊਟੀਕਲ। ਇਹ ਲੇਟਰਲ ਫੋਲਡ ਹੈ ਜੀ। ਇਹ ਲੇਟਰਲ ਫੋਲਡ ਜਿਸ ਤਰ੍ਹਾਂ ਪ੍ਰੋਕਸੀਮਲ ਫੋਲਡ ਹੁੰਦਾ ਹੈ, ਇਹ ਪ੍ਰੋਕਸੀਮਲ ਫੋਲਡ ਸੀ ਜਿਹਦੇ ਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਉਸ ਤਰ੍ਹਾਂ ਹੀ ਇਹ ਲੇਟਰਲ ਫੋਲਡ ਆਉਂਦਾ ਹੈ ਜਿਹੜਾ ਹੈ ਸਾਰਾ, ਇਹ ਵੀ ਸਾਡੇ ਨੇਲ ਨੂੰ ਪ੍ਰੋਟੈਕਟ ਕਰਦਾ ਹੈ, ਸਾਡੇ ਨੇਲ ਨੂੰ ਡੈਮੇਜ ਨਹੀਂ ਹੋਣ ਦਿੰਦਾ, ਉਹਨੂੰ ਇਨਫੈਕਸ਼ਨ ਬੈਕਟੀਰੀਆ ਤੋਂ ਬਚਾ ਕੇ ਰੱਖਦਾ ਹੈ। ਸੋ ਹੁਣ ਨੇਲਸ ਨੂੰ ਪ੍ਰਿਪੇਅਰ ਕਰਨ ਵਾਸਤੇ ਸਾਨੂੰ ਕੁਝ ਟੂਲਸ ਦੀ ਜ਼ਰੂਰਤ ਹੁੰਦੀ ਹੈ। ਸੋ ਉਹਨਾਂ ਟੂਲਸ ਬਾਰੇ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲੇ ਹੈ ਨੇਲ ਕਲਿੱਪਰ, ਜਿਹਨੂੰ ਕਿ ਤੁਸੀਂ ਨੇਲ ਕਟਰ ਵੀ ਕਹਿੰਦੇ ਹੋ। ਸੋ ਨੇਲ ਕਟਰ ਜਾਂ ਨੇਲ ਕਲਿੱਪਰ ਦਾ ਇਸਤੇਮਾਲ ਜਿਹੜਾ ਹੈ ਨੇਲਸ ਦੀ ਲੈਂਥ ਜਿਹੜੀ ਹੈ ਉਹ ਸ਼ਾਰਟ ਕਰਨ ਵਾਸਤੇ ਕੀਤਾ ਜਾਂਦਾ ਹੈ। ਨੇਲ ਫਾਈਲਰ ਹੈ। ਨੇਲ ਫਾਈਲਰ ਬਹੁਤ ਤਰ੍ਹਾਂ ਦੇ ਮਾਰਕੀਟ 'ਚ ਆਉਂਦੇ ਆ, ਮੈਟਲ ਦੇ ਵੀ ਆਉਂਦੇ ਆ, ਅੱਜ ਕੱਲ੍ਹ ਗਲਾਸ ਦੇ ਵੀ ਫਾਈਲਰਸ ਆਉਂਦੇ ਆ। ਸੋ ਨੇਲ ਫਾਈਲਰ ਦਾ ਇਸਤੇਮਾਲ ਜਿਹੜਾ ਹੈ ਅਸੀਂ ਨੇਲਸ ਨੂੰ ਫਾਈਲ ਕਰਨ ਵਾਸਤੇ ਯਾਨੀ ਸ਼ੇਪ ਦੇਣ ਵਾਸਤੇ ਕਰਨੇ ਆ। ਇਹਨਾਂ ਨੂੰ ਫਾਈਲਰ ਦਾ ਇਸਤੇਮਾਲ ਜਿਹੜਾ ਹੈ ਲੈਂਥ ਨੂੰ ਛੋਟਾ ਕਰਨ ਵਾਸਤੇ ਨਹੀਂ ਕੀਤਾ ਜਾਂਦਾ, ਸਿਰਫ ਸ਼ੇਪ ਦੇਣ ਵਾਸਤੇ ਕੀਤਾ ਜਾਂਦਾ ਹੈ। ਸੋ ਉਸ ਤੋਂ ਬਾਅਦ ਆਉਂਦਾ ਹੈ ਕਿਊਟੀਕਲ ਪੁਸ਼ਰ ਜਾਂ ਨੇਲ ਪਲੇਟ ਕਲੀਨਰ। ਜਿਸ ਤਰ੍ਹਾਂ ਮੈਂ ਹੁਣੇ ਗੱਲ ਕੀਤੀ ਸੀ ਕਿ ਸਾਨੂੰ ਕਿਊਟੀਕਲ ਏਰੀਆ ਜਿਹੜਾ ਹੈ ਨਿਕਾਲਣਾ ਪੈਂਦਾ ਨੀਚੋਂ। ਉੱਪਰੋਂ ਜਿਹੜਾ ਇਪੋਨੀਕੀਅਮ ਜਾਂ ਪ੍ਰੋਕਸੀਮਲ ਫੋਲਡ ਹੈ, ਉਹ ਜਿਹੜੀ ਸਕਿਨ ਹੁੰਦੀ ਹੈ ਪਤਲੀ ਜਿਹੀ, ਉਹਨੂੰ ਪੁਸ਼ ਕਰਨਾ ਪੈਂਦਾ ਹੈ। ਫਿਰ ਉਹਦੇ ਨੀਚੇ ਜਿਹੜਾ ਹੈ ਨॉन ਲਿਵਿੰਗ ਸਕਿਨ ਜਾਂ ਜਿਹਨੂੰ ਕਿਊਟੀਕਲ ਕਿਹਾ ਜਾਂਦਾ ਹੈ ਉਹ ਨਿਕਲ ਕੇ ਆਉਂਦਾ ਹੈ, ਉਹਨੂੰ ਅਸੀਂ ਜਿਹੜਾ ਹੈ ਕਲੀਨ ਕਰਨੇ ਆ। ਸੋ ਇਸ ਤਰ੍ਹਾਂ ਦਾ ਬਾਜ਼ਾਰ ਦੇ ਵਿੱਚ ਟੂਲਸ ਮਿਲਦੇ ਆ, ਕਿਊਟੀਕਲ ਪੁਸ਼ਰ ਔਰ ਨੇਲ ਪਲੇਟ ਕਲੀਨਰ। ਸੋ ਇਹ 2-in-1 ਟੂਲ ਹੈ ਅਗਰ ਤੁਸੀਂ ਦੇਖੋ। ਸੋ ਇਹ ਵਾਲੀ ਸਾਈਡ ਜਿਹੜੀ ਹੈ ਕਿਊਟੀਕਲ ਪੁਸ਼ਰ ਕਿਹਾ ਜਾਂਦਾ ਹੈ ਔਰ ਇਹ ਵਾਲੀ ਜਿਹੜੀ ਸਾਈਡ ਹੈ ਇਹਨੂੰ ਨੇਲ ਪਲੇਟ ਕਲੀਨਰ ਕਿਹਾ ਜਾਂਦਾ ਹੈ। ਸਭ ਤੋਂ ਪਹਿਲੇ ਅਸੀਂ ਇਹਦੇ ਨਾਲ ਸਕਿਨ ਨੂੰ ਪੁਸ਼ ਕਰਦੇ ਹਾਂ। ਸਕਿਨ ਨੂੰ ਉੱਪਰੋਂ ਪੁਸ਼ ਕਰਨ ਤੋਂ ਬਾਅਦ ਜਿਹੜੀ ਨॉन ਲਿਵਿੰਗ ਸਕਿਨ ਨੀਚੇ ਨਿਕਲਦੀ ਹੈ ਜਾਂ ਡੈਡ ਸਕਿਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਨਿਕਲਦੀ ਹੈ, ਉਹਨੂੰ ਅਸੀਂ ਐਸ ਟੂਲ ਦੇ ਨਾਲ ਕਲੀਨ ਕਰਨੇ ਆ ਹੌਲੀ ਹੌਲੀ। ਨੈਕਸਟ ਆਉਂਦਾ ਜੀ ਸਾਡਾ ਕਿਊਟੀਕਲ ਨਿੱਪਰ। ਸੋ ਐਸ ਸ਼ੇਪ ਦਾ ਟੂਲ ਤੁਸੀਂ ਦੇਖਦੇ ਹੋ ਜਿਹੜਾ ਇਹਨੂੰ ਕਿਊਟੀਕਲ ਨਿੱਪਰ ਕਿਹਾ ਜਾਂਦਾ ਹੈ ਜਾਂ ਕਈ ਲੋਕ ਕਿਊਟੀਕਲ ਕਟਰ ਵੀ ਕਹਿੰਦੇ ਇਹਨੂੰ। ਸੋ ਇਹਦੇ ਨਾਲ ਜਿਹੜੀ ਵੀ ਅਸੀਂ ਕਿਊਟੀਕਲ ਨਿਕਲਦਾ ਹੈ ਸਿਰਫ ਉਹਨੂੰ ਹੀ ਅਸੀਂ ਕੱਟਣੇ ਆ। ਕਿਊਟੀਕਲ ਯਾਨੀ ਕਿ ਮੈਂ ਫਿਰ ਰਿਪੀਟ ਕਰਾਂਗੀ ਕਿ ਸਿਰਫ ਡੈਡ ਸਕਿਨ ਨੂੰ ਹੀ ਅਸੀਂ ਕੱਟਣਾ ਹੈ। ਜੇ ਅਸੀਂ ਲਿਵਿੰਗ ਸਕਿਨ ਨੂੰ ਯਾਨੀ ਇਪੋਨੀਕੀਅਮ ਨੂੰ ਜਾਂ ਪ੍ਰੋਕਸੀਮਲ ਫੋਲਡ ਨੂੰ ਕੱਟਾਂਗੇ ਬਲੀਡਿੰਗ ਹੋ ਜਾਂਦੀ ਹੈ ਔਰ ਇਸ ਤਰ੍ਹਾਂ ਜ਼ਖਮ ਹੋਣ ਤੋਂ ਬਾਅਦ ਇਨਫੈਕਸ਼ਨ ਫੰਗਸ ਫੈਲਣ ਦੇ ਚਾਂਸਸ ਹੁੰਦੇ ਹਨ। ਉਸ ਤੋਂ ਬਾਅਦ ਆਉਂਦਾ ਜੀ ਔਰੇਂਜ ਵੁੱਡ ਸਟਿਕ। ਔਰੇਂਜ ਵੁੱਡ ਸਟਿਕ ਜਿਹੜੀ ਹੁੰਦੀ ਹੈ ਡਿਸਪੋਜ਼ੇਬਲ ਸਟਿਕ ਹੁੰਦੀ ਹੈ। ਸੋ ਇਹ ਵੀ ਇਸ ਤਰ੍ਹਾਂ 2-in-1 ਸਟਿਕ ਹੁੰਦੀ ਹੈ। ਜ਼ੂਮ ਕਰਕੇ ਦਿਖਾਉਂਦੀ ਹਾਂ। ਸੋ ਇਸ ਤਰ੍ਹਾਂ ਦੀ ਵੁੱਡ ਦੀ ਬਣੀ ਹੁੰਦੀ ਹੈ। ਕਈ ਲੋਕੀ ਅੱਜ ਕੱਲ੍ਹ ਡਿਮਾਂਡ ਕਰਦੇ ਆ ਕਿ ਹਾਂ ਜਿਹੜੇ ਮੈਟਲ ਦੇ ਟੂਲਸ ਘੱਟ ਤੋਂ ਘੱਟ ਯੂਜ਼ ਕਰਨੇ ਆ। ਸੋ ਇਸ ਤਰ੍ਹਾਂ ਦੀ ਇਹ ਸਟਿਕ ਆਉਂਦੀ ਹੈ। ਇਹ ਵੀ ਡਬਲ ਸਾਈਡਡ ਹੁੰਦੀ, ਇੱਕ ਸਾਈਡ ਤੇ ਇਹਦੇ ਜਿਹੜਾ ਹੈ ਕਿਊਟੀਕਲ ਪੁਸ਼ਰ ਹੁੰਦਾ ਔਰ ਇੱਕ ਸਾਈਡ ਤੇ ਇਹਦਾ ਜਿਹੜਾ ਹੈ ਨੇਲ ਪਲੇਟ ਕਲੀਨਰ ਹੁੰਦਾ ਹੈ। ਸੋ ਉਸ ਤੋਂ ਬਾਅਦ ਜਿਹੜਾ ਹੈ ਸਾਡਾ ਆਉਂਦਾ ਨੇਲ ਬਫਰ। ਸੋ ਮਾਰਕੀਟ 'ਚ ਬਹੁਤ ਤਰ੍ਹਾਂ ਦੇ 4-in-1 3-in-1 ਤੁਸੀਂ ਸੁਣਦੇ ਹੋਵੋਗੇ ਬਫਰਸ ਆਉਂਦੇ ਹੈ। ਬਫਰ ਵੀ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਹੈ। ਬਫਰ ਦਾ ਐਪਲੀਕੇਸ਼ਨ ਕਰਨਾ, ਬਫਰ ਦੇ ਨਾਲ ਕਲੀਨ ਕਰਨਾ, ਸਮੂਥ ਕਰਨਾ ਨੇਲ ਨੂੰ, ਉਹਨੂੰ ਸ਼ਾਈਨ ਦੇਣੀ, ਇਹ ਵੀ ਇੱਕ ਜ਼ਰੂਰੀ ਸਟੈਪ ਹੈ। ਉਸ ਤੋਂ ਬਾਅਦ ਡਸਟਿੰਗ ਬ੍ਰਸ਼। ਜਦੋਂ ਅਸੀਂ ਬਫਿੰਗ ਕਰਨੇ ਆ ਤੇ ਕੁਝ ਡਸਟ ਪ੍ਰੋਡਿਊਸ ਹੁੰਦੀ ਹੈ, ਉਸ ਡਸਟ ਨੂੰ ਕਲੀਨ ਕਰਨ ਵਾਸਤੇ ਸਾਨੂੰ ਬ੍ਰਸ਼ ਦੀ ਜ਼ਰੂਰਤ ਪੈਂਦੀ ਹੈ ਸੋ ਦੈਟ ਉਹਦੇ ਨਾਲ ਸਾਡਾ ਜਿਹੜਾ ਹੈ ਐਪਲੀਕੇਸ਼ਨ ਸਮੂਥ ਆਵੇ, ਫਲॉलेस ਆਵੇ ਐਪਲੀਕੇਸ਼ਨ ਸਾਡਾ। ਸੋ ਕਾਟਨ ਦੀ ਜ਼ਰੂਰਤ ਪਏਗੀ ਸਾਨੂੰ ਕਿਉਂਕਿ ਪੋਲਿਸ਼ ਅਗਰ ਕੋਈ ਪੁਰਾਣੀ ਹੈ ਤੇ ਉਹਨੂੰ ਰਿਮੂਵ ਕਰਨ ਵਾਸਤੇ ਔਰ ਪੋਲਿਸ਼ ਰਿਮੂਵਰ ਦੀ ਜ਼ਰੂਰਤ ਪਏਗੀ। ਸੋ ਕੋਈ ਵੀ ਅੱਛਾ ਬ੍ਰਾਂਡ ਜਿਹੜਾ ਹੈ ਮਾਰਕੀਟ ਦੇ ਵਿੱਚ ਤੁਸੀਂ ਦੇਖ ਕੇ ਇਹਨਾਂ ਚੀਜ਼ਾਂ ਨੂੰ ਬਾਏ ਕਰ ਸਕਦੇ ਹੋ ਜਾਂ ਅੱਜ ਕੱਲ੍ਹ ਔਨਲਾਈਨ ਵੀ ਤੁਸੀਂ ਦੇਖਦੇ ਹੋ ਐਮਾਜ਼ੋਨ ਵਗੈਰਾ ਜੋ ਸਾਈਟਸ ਹੈ ਉਹਨਾਂ ਤੇ ਵੀ ਸਾਰੀਆਂ ਚੀਜ਼ਾਂ ਆਰਾਮ ਨਾਲ ਮਿਲ ਜਾਂਦੀਆਂ ਨੇ ਘਰ ਬੈਠਿਆਂ।
ਸੋ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਨੇਲਸ ਨੂੰ ਪ੍ਰਿਪੇਅਰ ਕਿਸ ਤਰ੍ਹਾਂ ਕਰਨਾ ਹੈ। ਸੋ ਨੇਲਸ ਨੂੰ ਪ੍ਰਿਪੇਅਰ ਕਰਨ ਤੋਂ ਪਹਿਲੇ ਤੁਹਾਨੂੰ ਆਪਣੇ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਨੇਲ ਦਾ ਐਨਾਟੋਮੀ ਜਾਂ ਨੇਲ ਦਾ ਸਟਰਕਚਰ ਸਮਝਾਇਆ ਸੀ ਉਹਨੂੰ ਦਿਮਾਗ 'ਚ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਜਿਹੜਾ ਸਟੈਪ ਦੇ ਉੱਤੇ ਅਸੀਂ ਕਰਨੇ ਆ ਕਿ both client and technician wash hands with any good soap, sanitize hands with gel based sanitizer। ਅੱਜ ਦੀ ਡੇਟ 'ਚ ਮੈਂਡੇਟਰੀ ਹੋ ਗਿਆ ਹੈ ਕਿ ਕਲਾਇੰਟ ਔਰ ਟੈਕਨੀਸ਼ੀਅਨ ਜਿਹੜੇ ਹੈ ਦੋਨੋਂ ਹੀ ਇੱਕ ਅੱਛੇ ਸੋਪ ਦੇ ਨਾਲ ਆਪਣੇ ਹੈਂਡਸ ਵਾਸ਼ ਕਰਨ ਔਰ ਉਸ ਤੋਂ ਬਾਅਦ ਕਿਸੇ ਵੀ ਅੱਛੇ ਸੈਨੀਟਾਈਜ਼ਰ ਦੇ ਨਾਲ ਆਪਣੇ ਹੈਂਡਸ ਨੂੰ ਸੈਨੀਟਾਈਜ਼ ਕਰਨ। ਸੈਕੰਡ ਸਟੈਪ ਤੇ ਆਉਂਦਾ ਹੈ ਜੀ ਰਿਮੂਵ ਐਨੀ ਨੇਲ ਪਾਲਿਸ਼ ਵਿਦ ਕਾਟਨ ਸੈਚੂਰੇਟਿਡ ਵਿਦ ਨੇਲ ਪਾਲਿਸ਼ ਰਿਮੂਵਰ। ਸੋ ਕਲਾਇੰਟ ਤੁਹਾਡੇ ਕੋਲ ਆਏ ਨੇ ਤੇ ਕੋਈ ਵੀ ਤੁਹਾਡੇ ਨੇਲਸ ਦੇ ਉੱਤੇ ਉਹਨਾਂ ਦੇ ਨੇਲਸ ਉੱਤੇ ਕੋਈ ਪੁਰਾਣੀ ਨੇਲ ਪਾਲਿਸ਼ ਰਹਿ ਗਈ ਹੋਈ ਹੈ ਤੇ ਉਹਨੂੰ ਅਸੀਂ ਪਾਲਿਸ਼ ਰਿਮੂਵਰ ਨਾਲ ਕਲੀਨ ਕਰਨੇ ਆ ਸੋ ਦੈਟ ਕਿ ਸਾਨੂੰ ਐਕਚੁਅਲ ਜਿਹੜੀ ਕੰਡੀਸ਼ਨ ਹੈ ਨੇਲ ਦੀ ਉਹ ਨਜ਼ਰ ਆਏ ਕਿ ਕਿਊਟੀਕਲ ਕਿੱਥੇ ਹੈ ਜਾਂ ਕਿੰਨਾ ਫਾਈਲ ਕਰਨਾ ਹੈ ਜਾਂ ਕਿੰਨਾ ਕੱਟ ਕਰਨਾ ਹੈ। ਸੋ ਪਾਲਿਸ਼ ਨੂੰ ਰਿਮੂਵ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲੇ। ਉਸ ਤੋਂ ਬਾਅਦ ਟ੍ਰਿਮ ਦ ਨੇਲਸ ਇਫ ਰਿਕੁਆਇਰਡ। ਸੋ ਨੇਲਸ ਨੂੰ ਟ੍ਰਿਮ ਕਰਨਾ ਹੈ ਨੇਲ ਕਟਰ ਦੇ ਨਾਲ। ਸ਼ੇਪ ਐਜ਼ ਡਿਜ਼ਾਇਰਡ ਵਿਦ ਅ ਫਾਈਲਰ। ਸੋ ਕਿਸੇ ਫਾਈਲਰ ਦੇ ਨਾਲ ਨੇਲਸ ਨੂੰ ਜਿਹੜੀ ਵੀ ਸ਼ੇਪ ਤੁਹਾਨੂੰ ਚਾਹੀਦੀ ਹੈ ਰਾਊਂਡ, ਓਵਲ, ਸਕੁਆਇਰ, ਅੱਜ ਕੱਲ੍ਹ ਬਹੁਤ ਸਾਰੀਆਂ ਸ਼ੇਪਸ ਚੱਲਦੀਆਂ ਸੋ ਉਹਨੂੰ ਫਾਈਲ ਕਰਾਂਗੇ ਅਸੀਂ। ਸੋ ਡਿਜ਼ਾਇਰਡ ਸ਼ੇਪ ਆਉਣ ਤੋਂ ਬਾਅਦ ਅਸੀਂ ਡਿਪ ਦ ਕਿਊਟੀਕਲ ਪੁਸ਼ਰ ਇਨਟੂ ਜੈਲ ਬੇਸ ਸੈਨੀਟਾਈਜ਼ਰ। Push back the eponychium skin fold to reveal the true cuticle non-living tissue। So ਉਸ ਤੋਂ ਬਾਅਦ ਅਸੀਂ ਕੀ ਕਰਨੇ ਆ ਕਿ ਕੋਈ ਵੀ ਜਿਹੜਾ ਹੈ ਤੁਸੀਂ ਜਾਂ ਤੇ ਸੈਨੀਟਾਈਜ਼ਰ ਯੂਜ਼ ਕਰ ਸਕਦੇ ਹੋ ਕਿਊਟੀਕਲਸ ਨੂੰ ਪੁਸ਼ ਕਰਨ ਵਾਸਤੇ ਜਾਂ ਤੁਸੀਂ ਜਿਹੜਾ ਹੈ ਮਾਰਕੀਟ ਦੇ ਵਿੱਚ ਕਿਊਟੀਕਲ ਬਾਮਸ ਆਉਂਦੀਆਂ ਕਿਊਟੀਕਲਸ ਨੂੰ ਇਰੇਜ਼ ਕਰਨ ਵਾਸਤੇ, ਸੌਫਟ ਕਰਨ ਵਾਸਤੇ ਕੋਈ ਲੋਸ਼ਨਸ ਆਉਂਦੇ ਆ, ਕੋਈ ਕਰੀਮਸ ਆਉਂਦੀਆਂ ਤੁਸੀਂ ਉਹਨਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਉਹਨਾਂ ਨੂੰ ਕਿਊਟੀਕਲ ਏਰੀਆ ਦੇ ਉੱਤੇ ਰਬ ਕਰਦੇ ਹੋ ਫਿਰ ਉਹਦੇ ਨਾਲ ਜਿਹੜਾ ਉਸ ਤੋਂ ਜਿਹੜਾ ਹੈ ਕਿਊਟੀਕਲਸ ਨੂੰ ਤੁਸੀਂ ਯਾਨੀ ਕਿ ਇਪੋਨੀਕੀਅਮ ਉੱਪਰ ਵਾਲੀ ਜਿਹੜੀ ਸਕਿਨ ਹੈ ਉਹਨੂੰ ਪੁਸ਼ ਕਰਨਾ ਸਟਾਰਟ ਕਰਦੇ ਹੋ ਔਰ ਨੀਚੇ ਜਿਹੜਾ ਨਾਨ ਲਿਵਿੰਗ ਸਕਿਨ ਜਦੋਂ ਨਿਕਲ ਕੇ ਆਏਗੀ ਯਾਨੀ ਕਿ ਕਿਊਟੀਕਲ ਨਿਕਲ ਕੇ ਆਏਗਾ ਫਿਰ ਉਹਨੂੰ ਤੁਸੀਂ ਕੱਟ ਕਰਦੇ ਹੋ ਜਾਂ ਕਲੀਨ ਕਰਦੇ ਹੋ। ਪੰਜਵੇਂ ਸਟੈਪ ਤੇ ਅਸੀਂ ਕਰਨੇ ਆ ਕਿ ਕਲੀਨ ਦ ਨੇਲ ਪਲੇਟ ਵਿਦ ਨੇਲ ਪਾਲਿਸ਼ ਰਿਮੂਵਰ। ਸੋ ਕਿਊਟੀਕਲਸ ਨੂੰ ਪੁਸ਼ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਅਸੀਂ ਜਿਹੜਾ ਹੈ ਆਪਣਾ ਨੇਲ ਜਿਹੜਾ ਹੈ ਰਿਮੂਵਰ ਦੇ ਨਾਲ ਕੋਈ ਵੀ ਜਿਹੜਾ ਰਿਮੂਵਰ ਤੁਸੀਂ ਨੇਲ ਪਾਲਿਸ਼ ਯੂਜ਼ ਕਰਦੇ ਹੋ ਉਸ ਨੇਲ ਪਾਲਿਸ਼ ਰਿਮੂਵਰ ਦੇ ਨਾਲ ਵਾਰੀ ਨੇਲ ਪਲੇਟ ਜਿਹੜਾ ਕਿ ਸਾਡਾ ਨੇਲ ਸੀ ਉਹਨੂੰ ਅੱਛੀ ਤਰ੍ਹਾਂ ਸਾਫ਼ ਕਰ ਲੈਂਦੇ ਆ। ਸਾਫ਼ ਕਰਨ ਤੋਂ ਬਾਅਦ ਅਸੀਂ ਯੂਜ਼ ਦ ਨੇਲ ਪਲੇਟ ਕਲੀਨਰ ਟੂ ਰਿਮੂਵ ਐਕਸੈਸ ਦ ਨਾਨ ਲਿਵਿੰਗ ਟਿਸ਼ੂ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਇਹ ਜਿਹੜਾ 2-in-1 ਹੁੰਦਾ ਹੈ। ਸੋ ਇੱਕ ਸਾਈਡ ਤੋਂ ਜਦੋਂ ਅਸੀਂ ਕਿਊਟੀਕਲਸ ਨੂੰ ਪੁਸ਼ ਕਰ ਲੈਂਦੇ ਆ ਦੂਸਰੀ ਸਾਈਡ ਤੇ ਜਿਹੜਾ ਨੇਲ ਪਲੇਟ ਕਲੀਨਰ ਹੁੰਦਾ ਹੈ ਉਹਦੇ ਨਾਲ ਜਿਹੜੇ ਨਾਨ ਲਿਵਿੰਗ ਟਿਸ਼ੂਜ਼ ਹੁੰਦੇ ਆ ਉਹਨਾਂ ਨੂੰ ਅਸੀਂ ਕਲੀਨ ਕਰਨੇ ਆ। ਉਸ ਤੋਂ ਬਾਅਦ ਆਉਂਦਾ ਰਿਮੂਵ ਐਨੀ ਹੈਂਗ ਨੇਲਸ ਵਿਦ ਕਿਊਟੀਕਲ ਨਿੱਪਰ। ਸੋ ਕਿਊਟੀਕਲ ਨਿੱਪਰ ਦਾ ਅਸੀਂ ਇਸਤੇਮਾਲ ਕਰਨੇ ਆ ਜਿਹਨੂੰ ਕਿਊਟੀਕਲ ਕਟਰ ਵੀ ਕਹਿੰਦੇ ਹਨ। ਸੋ ਇਹਦੇ ਨਾਲ ਜਿਹੜੀ ਵੀ ਹੈਂਗਿੰਗ ਸਕਿਨ ਹੈ ਸਿਰਫ ਅਸੀਂ ਉਹਨੂੰ ਹੀ ਕੱਟ ਕਰਨਾ ਹੈ ਜਿਹੜੀ ਕਿ ਆਲਰੇਡੀ ਨਾਲ ਜੁੜੀ ਹੋਈ ਸਕਿਨ ਹੈ ਅਸੀਂ ਉਹਦੇ ਉੱਤੇ ਆਪਣਾ ਕਿਊਟੀਕਲ ਨਿੱਪਰ ਦਾ ਇਸਤੇਮਾਲ ਨਹੀਂ ਕਰਨਾ ਹੈ ਕਿਉਂਕਿ ਉਹਦੇ ਨਾਲ ਬਲੱਡ ਨਿਕਲਣ ਲੱਗ ਜਾਏਗਾ। ਜੈਂਟਲੀ ਬਫ ਦ ਨੇਲ। ਸੋ ਇਸ ਬਫਰ ਦਾ ਇਸਤੇਮਾਲ ਕਰਾਂਗੇ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਬਫਰਸ ਹੈ ਕੋਈ ਵੀ ਤੁਸੀਂ ਬਾਏ ਕਰ ਸਕਦੇ ਹੋ। ਇਹਦੇ ਨਾਲ ਆਪਣੇ ਨੇਲ ਨੂੰ ਅਸੀਂ ਬਫ ਕਰਨਾ ਜ਼ਰੂਰੀ ਹੈ ਸੋ ਦੈਟ ਜਿਹੜਾ ਕਈ ਵਾਰੀ ਨੇਲ ਸਾਡਾ ਸਮੂਥ ਨਹੀਂ ਹੁੰਦਾ ਜਾਂ ਕਦੀ ਸਾਡੇ ਨੇਲਸ ਉੱਤੇ ਹਲਕੀਆਂ ਫੁਲਕੀਆਂ ਲਾਈਨਸ ਹੁੰਦੀਆਂ ਸੋ ਬਫਰ ਨਾਲ ਜਿਹੜਾ ਹੈ ਉਹ ਸਾਡਾ ਟੈਕਸਚਰ ਜਿਹੜਾ ਹੈ ਸਮੂਥ ਹੋ ਜਾਂਦਾ ਹੈ। ਸੋ ਕਲੀਨ ਦ ਨੇਲ ਪਲੇਟ ਵਿਦ ਡਸਟਿੰਗ ਬ੍ਰਸ਼। ਸੋ ਜਿਸ ਤਰ੍ਹਾਂ ਮੈਂ ਦੱਸਿਆ ਸੀ ਬਫਿੰਗ ਕਰਨ ਤੋਂ ਬਾਅਦ ਡਸਟ ਜ਼ਰੂਰ ਆਉਂਦੀ ਹੈ ਨੇਲਸ ਦੇ ਉੱਪਰ ਉਹਨੂੰ ਕਲੀਨ ਕਰਨ ਵਾਸਤੇ ਬ੍ਰਸ਼ ਦੇ ਨਾਲ ਉਹਨੂੰ ਕਲੀਨ ਕਰਾਂਗੇ ਔਰ ਕਲੀਨ ਦ ਨੇਲ ਪਲੇਟ ਵਿਦ ਐਸੀਟੋਨ। ਔਰ ਲਾਸਟ ਜਿਹੜਾ ਹੈ ਇੱਕ ਵਾਰੀ ਫੇਰ ਤੋਂ ਅਸੀਂ ਇਹ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਅਸੀਂ ਆਪਣਾ ਨੇਲ ਜਿਹੜਾ ਹੈ ਆਪਣਾ ਜਿਹੜਾ ਨੇਲ ਪਾਲਿਸ਼ ਰਿਮੂਵਰ ਅਸੀਂ ਯੂਜ਼ ਕਰ ਰਹੇ ਹਾਂ ਉਹਦੇ ਨਾਲ ਜ਼ਰੂਰ ਕਲੀਨ ਕਰਾਂਗੇ ਸੋ ਦੈਟ ਕਿ ਕੋਈ ਕਿਊਟੀਕਲ ਕਰੀਮ ਜਾਂ ਬਾਮ ਯੂਜ਼ ਕਰਨ ਤੋਂ ਬਾਅਦ ਅਗਰ ਸਾਡੇ ਨੇਲ ਦੇ ਉੱਤੇ ਕੋਈ ਮੋਇਸਚਰ ਹੈ ਆਇਲ ਹੈ ਤੇ ਉਹ ਸਾਰਾ ਸਾਡਾ ਕਲੀਨ ਹੋ ਜਾਏ ਕਿਉਂਕਿ ਅਗਰ ਸਾਡਾ ਆਇਲੀ ਸਰਫੇਸ ਹੋਏਗਾ ਮੋਇਸਚਰ ਹੋਏਗਾ ਨੇਲ ਦੇ ਉੱਪਰ ਤੇ ਅਸੀਂ ਐਪਲੀਕੇਸ਼ਨ ਕਰਾਂਗੇ ਨੇਲ ਪਾਲਿਸ਼ ਦੀ ਤੇ ਉਹ ਜ਼ਿਆਦਾ ਦੇਰ ਤੱਕ ਸਟੇ ਨਹੀਂ ਕਰੇਗੀ। ਸੋ ਅੱਛੀ ਤਰ੍ਹਾਂ ਨੇਲ ਪ੍ਰਿਪੇਅਰ ਹੋਣਾ ਜ਼ਰੂਰੀ ਹੈ। ਅੱਛੀ ਤਰ੍ਹਾਂ ਪ੍ਰਿਪੇਅਰਡ ਨੇਲ ਦੇ ਉੱਤੇ ਜਦੋਂ ਅਸੀਂ ਨੇਲ ਪਾਲਿਸ਼ ਦਾ ਐਪਲੀਕੇਸ਼ਨ ਕਰਨੇ ਆ ਜਾਂ ਨੇਲ ਆਰਟ ਕਰਨੇ ਆ ਤੇ ਉਹ ਜ਼ਿਆਦਾ ਦਿਨਾਂ ਤੱਕ ਸਟੇ ਕਰਦਾ ਹੈ ਕਈ ਵਾਰੀ 7-7 ਦਿਨ ਤੱਕ ਵੀ ਉਹ ਆਰਾਮ ਨਾਲ ਸਟੇ ਕਰ ਜਾਂਦਾ ਹੈ। ਸੋ ਸਟੈਪ ਬਾਈ ਸਟੈਪ ਮੈਂ ਨੇਲਸ ਪ੍ਰਿਪਰੇਸ਼ਨ ਦਾ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲੇ ਨੇਲਸ ਨੂੰ ਟ੍ਰਿਮ ਕੀਤਾ ਕਿਸੇ ਕਿਊਟੀਕਲ ਕਰੀਮ ਦੇ ਨਾਲ ਜਿਹੜਾ ਹੈ ਕਿਊਟੀਕਲਸ ਨੂੰ ਸੌਫਟ ਕਰਨਾ ਹੈ। ਥੋੜੀ ਦੇਰ ਵਾਸਤੇ ਜਿਹੜਾ ਹੈ ਕਿਊਟੀਕਲਸ ਨੂੰ ਸੌਫਟ ਕਰਨ ਵਾਸਤੇ ਅਸੀਂ ਉਹਨਾਂ ਨੂੰ ਗਰਮ ਪਾਣੀ 'ਚ ਥੋੜੀ ਦੇਰ ਡਿਪ ਕਰ ਸਕਦੇ ਹਾਂ।
वास्ते पुश बैक द क्यूटिकल्स। उस तो बाद जिहड़ी भी हैंगिंग स्किन है सिर्फ असीं ओनू ही जिहड़ा कट करना है। फाइनली असीं नेल नूं शेप करांगे। कर लवांगे। शाइनर है जी, शाइनर भी इस्तेमाल करांगे सो दैट नेल जड़ा एकदम क्लीन स्मूथ हो जावे। फिर जिस तरह मैं तुहानू दस्सिया सी कि अपना पॉलिश रिमूवर दे नाल एक बारी नेल नू जरूर क्लीन करना है लास्ट दे विच सो दैट कोई डस्ट है, ऑयल है, मॉइस्चर है वो सारा एक बारी क्लीन हो जाए। एप्लीकेशन आ जाता है कि एक अच्छा बेस कोट का एप्लीकेशन करना है सबसे पहले। सो बेस कोट ਜਿਹੜਾ ਤੁਸੀਂ ਦੇਖਿਆ ਹੋਏਗਾ ਮਾਰਕੀਟ 'ਚ ਟ੍ਰਾਂਸਪੇਰੈਂਟ ਜੇ ਲਿਕਵਿਡਸ ਹੁੰਦੇ ਆ ਤੇ ਕੋਈ ਅੱਛਾ ਨੇਲ ਪੇਂਟ ਜਾਂ ਨੇਲ ਲੈਕਰ ਜਿਹੜਾ ਤੁਹਾਡਾ ਮਨਪਸੰਦ ਸ਼ੇਡ ਦਾ ਹੈ ਉਹਦਾ ਡਬਲ ਕੋਟ ਦਾ ਐਪਲੀਕੇਸ਼ਨ ਕਰਨਾ ਹੈ। थोड़ा टाइम देना है सुकन वास्ते और बहुत मोटी लेयर नहीं लगानी क्योंकि वो सुकन से भी टाइम लेती है और जल्दी खराब भी हो जाती है। सो फाइनली टॉप कोट आ गया। मान लीजिए टॉप कोट के नाल तुसीं उहनूं फिनिश करना है। ऐसी साडा स्टैप बाय स्टैप कि असीं नेल्स नूं प्रिपेयर किस तरह करांगे। सो नेल्स नूं प्रिपेयर करन तो पहले हमेशा ध्यान रखना कि नेल स्ट्रक्चर नूं माइंड दे विच जरूर रखना है। उन्हां डेलीकेट जिहड़े पोर्शनस है, डेलीकेट जिहड़े एरियाज है, स्किन है, उन्हां नूं ध्यान च रखते हुए असीं अपना नेल्स दा प्रिपरेशन करना है। सो उस तो बाद आंदा है साडा एप्लीकेशन। प्रॉपर एप्लीकेशन किस तरह होना चाहिए है नेल लैकर दा। सब तो पहले सानू बेस कोट की जरूरत पैंदी है। सो डिफरेंट अच्छियां कंपनीज है जिन्हां दे बेस कोट्स मार्केट दे विच अवेलेबल ने। इसलिए ऑनलाइन भी तुसीं इन्हां नूं खरीद सकते हो। सो बेस कोट जिस तरह तुसीं देखे होणगे ट्रांसपेरेंट जे लिक्विड्स हुंदे आ, इन्हां दा एप्लीकेशन करना बहुत जरूरी हुंदा है। तुसीं देखते हो कि समटाइम्स सानू प्रॉब्लम आ जाती है कि साडे नेल जिहड़े आ वीक हो जाते हैं, साडे नेल्स येलो हो जाते हैं हौली हौली। सो ऐसे करके हुंदे है कि जदों असीं फास्ट शेड्स जिहड़ियां बहुत ज़्यादा पिगमेंट्स हुंदे है उन्होंने असीं डायरैक्टली अप्लाई करने नेल्स के उपर तो पिगमेंट्स जिहड़े है साडे नेल प्लेट का कलर जिहड़ा वो चेंज कर दिंदे है। सो साडा जिहड़े नेल पेंट्स है साडे नेल नूं डैमेज ना करन उहदे वास्ते साडे नीचे जिहड़ा नेल प्लेट दे उत्ते एक कोट जिहड़ा है बेस कोट का लगना बहुत जरूरी है। सो बेस कोट जिहड़ा है बेसिकली साडे नेल्स नूं जिहड़ा है प्रोटैक्ट करता है। साडे नेल्स नूं येलो नहीं होण दिंदा, वीक नहीं होण दिंदा, डैमेज नहीं होण दिंदा। दूसरा जिहड़ा है ਇਹ लॉन्ग लास्टिंग जिहड़ा है ਉਹਨੂੰ स्टे ਕਰਨ ਦੇ ਵਿੱਚ ਜਿਹੜਾ ਅਸੀਂ ਆਰਟ ਕਰਨੇ ਆ ਜਾਂ ਪੋਲਿਸ਼ ਵੀ ਇਵਨ ਅਪਲਾਈ ਕਰਨੇ ਆ ਤੇ ਉਹਨੂੰ ਲੌਂਗ ਲਾਸਟਿੰਗ ਸਟੇ ਕਰਨ 'ਚ ਹੈਲਪ ਕਰਦਾ ਹੈ। ਸੋ ਬੇਸ ਕੋਟ ਬੇਸਿਕਲੀ ਜਿਹੜਾ ਇੱਕ ਡਬਲ ਸਾਈਡਡ ਟੇਪ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਡਬਲ ਸਾਈਡਡ ਟੇਪ ਜਿਹੜੀ ਹੈ ਦੋਨੋਂ ਤਰਫ ਤੋਂ ਸਟਿੱਕੀ ਹੁੰਦੀ ਹੈ। ਸੋ ਬੇਸ ਕੋਟ ਜਿਹੜਾ ਹੈ ਖੁਦ ਤੇ ਨੇਲ ਦੇ ਉੱਪਰ ਸਟਿਕ ਕਰਦਾ ਹੀ ਹੈ। ਸੋ ਉੱਪਰ ਵਾਲੀ ਜਿਹੜੀ ਸਟਿੱਕੀ ਲੇਅਰ ਉਹਦੀ ਹੁੰਦੀ ਹੈ ਉਹ ਆਪਣੇ ਉੱਪਰ ਜਿਹੜਾ ਹੈ ਕੋਈ ਵੀ ਨੇਲ ਪੇਂਟ ਜਿਹੜਾ ਤੁਸੀਂ ਅਪਲਾਈ ਕਰਨ ਵਾਲੇ ਹੋ ਜਾਂ ਨੇਲ ਆਰਟ ਕਰਨ ਵਾਲੇ ਹੋ ਉਹਨੂੰ ਜ਼ਿਆਦਾ ਟਾਈਮ ਤੱਕ ਸਟਿਕ ਕਰਨ 'ਚ ਹੈਲਪ ਕਰਦਾ ਹੈ। ਉਸ ਤੋਂ ਬਾਅਦ ਅਸੀਂ ਤੁਸੀਂ ਕੋਈ ਵੀ ਅੱਛਾ ਨੇਲ ਲੈਕਰ ਜਿਹੜਾ ਹੈ ਕੋਈ ਵੀ ਕੰਪਨੀ ਦਾ ਲੈ ਸਕਦੇ ਹੋ, ਲੇਕਿਨ ਹਮੇਸ਼ਾ ਉਹਦਾ ਡਬਲ ਕੋਟ ਦਾ ਹੀ ਐਪਲੀਕੇਸ਼ਨ ਕਰਨਾ ਹੈ ਕਿਉਂਕਿ ਸਿੰਗਲ ਕੋਟ ਦੇ ਵਿੱਚ ਨਾ ਤੇ ਉਹਦਾ ਲੌਂਗ ਲਾਸਟਿੰਗ ਉਹ ਸਟੇ ਕਰਦਾ ਹੈ, ਨਾ ਹੀ ਉਹਦੇ 'ਚ ਸਮੂਥਨੈਸ ਆਉਂਦੀ ਹੈ, ਨਾ ਹੀ ਉਹਦੇ 'ਚ ਸ਼ਾਈਨ ਆਉਂਦੀ ਹੈ। ਸੋ ਹਮੇਸ਼ਾ ਦੋ ਕੋਟ ਦਾ ਐਪਲੀਕੇਸ਼ਨ ਘੱਟ ਤੋਂ ਘੱਟ ਅਸੀਂ ਜ਼ਰੂਰ ਕਰਨਾ ਹੈ ਨੇਲ ਲੈਕਰ ਦਾ। ਉਸ ਤੋਂ ਬਾਅਦ ਫਾਈਨਲੀ ਟੌਪ ਕੋਟ ਆਉਂਦਾ ਹੈ। ਸੋ ਟੌਪ ਕੋਟ ਵੀ ਬੇਸ ਕੋਟ ਦੀ ਤਰ੍ਹਾਂ ਟਰਾਂਸਪੇਰੈਂਟ ਜਾਂ ਲਿਕੁਇਡ ਹੁੰਦਾ ਹੈ ਜਿਹੜਾ ਕਿ ਜਿਹੜੀਆਂ ਜਿਸ ਤਰ੍ਹਾਂ ਮੈਂ ਦੱਸਿਆ ਇੰਨੀਆਂ ਸਾਰੀਆਂ ਕੰਪਨੀਆਂ ਅੱਜ ਕੱਲ੍ਹ ਇਹਨਾਂ ਨੂੰ ਟੌਪ ਕੋਟ ਨੂੰ ਪ੍ਰਮੋਟ ਕਰਦੀਆਂ।
ਸੋ ਕੋਈ ਵੀ ਅੱਛੀ ਕੰਪਨੀ ਦਾ ਤੁਸੀਂ ਟੌਪ ਕੋਟ ਜਿਹੜਾ ਲੈ ਸਕਦੇ ਹੋ। ਸੋ ਟੌਪ ਕੋਟ ਦਾ ਕੰਮ ਹੁੰਦਾ ਹੈ ਕਿ ਜੋ ਵੀ ਤੁਸੀਂ ਪੋਲਿਸ਼, ਨੇਲ ਪੋਲਿਸ਼ ਜਾਂ ਨੇਲ ਪੇਂਟ, ਨੇਲ ਲੈਕਰ ਅਪਲਾਈ ਕੀਤਾ ਹੈ ਉਹਨੂੰ ਸੀਲ ਕਰਦੀਆਂ। ਜੋ ਵੀ ਨੇਲ ਆਰਟ ਤੁਸੀਂ ਕੀਤਾ ਹੈ ਉਹਨੂੰ ਸੀਲ ਕਰਨ 'ਚ ਹੈਲਪ ਕਰਨਗੀਆਂ, ਉਹਨੂੰ ਡੈਮੇਜ ਨਹੀਂ ਹੋਣ ਦੇਣਗੀਆਂ। ਸੋ ਟੌਪ ਕੋਟ ਜਿਹੜਾ ਹੈ ਇੱਕ ਐਕਸਟਰਾ ਸ਼ਾਈਨ ਦਿੰਦਾ, ਐਕਸਟਰਾ ਸਮੂਥਨੈਸ ਦਿੰਦਾ ਤੁਹਾਡੀ ਐਪਲੀਕੇਸ਼ਨ ਨੂੰ। ਸੋ ਪ੍ਰੋਫੈਸ਼ਨਲ ਤਰੀਕਾ ਹੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਨੇਲ ਪੋਲਿਸ਼ ਦਾ, ਸੋ ਸਭ ਤੋਂ ਪਹਿਲੇ ਇੱਕ ਕੋਟ ਬੇਸ ਕੋਟ ਦਾ, ਉਸ ਤੋਂ ਬਾਅਦ ਜਿਹੜਾ ਹੈ 2 ਕੋਟਸ ਨੇਲ ਲੈਕਰ ਦੇ ਲੱਗਦੇ ਹਨ, ਔਰ ਤੀਸਰਾ ਜਿਹੜਾ ਹੈ ਅਸੀਂ ਟੌਪ ਕੋਟ ਦਾ ਐਪਲੀਕੇਸ਼ਨ ਕਰਦੇ ਹਾਂ। ਸੋ ਹਰ ਕੋਟ ਨੂੰ ਸੁੱਕਣ ਦਾ ਟਾਈਮ ਜ਼ਰੂਰ ਦੇਣਾ ਹੈ। ਵਿੱਚ ਕਰੈਕਟਰ ਪੈਨ, ਸੋ ਕਰੈਕਟਰ ਪੈਨ ਜਿਹੜੇ ਹੈ ਮਾਰਕੀਟ ਦੇ ਵਿੱਚ ਵੀ ਅੱਜ ਕੱਲ੍ਹ ਅਵੇਲੇਬਲ ਹੈ ਔਰ ਆਨਲਾਈਨ ਵੀ ਮਿਲ ਜਾਂਦੇ ਹਨ। ਸੋ ਇਸ ਤਰ੍ਹਾਂ ਦਾ ਹੁੰਦਾ ਹੈ ਕਰੈਕਟਰ ਪੈਨ, ਅਗਰ ਤੁਸੀਂ ਦੇਖੋ ਤੇ ਸੋ ਇੱਕ ਪੈਨ ਦੀ ਫਾਰਮ 'ਚ ਹੁੰਦਾ ਹੈ ਜਿਹਦੇ ਵਿੱਚ ਅਸੀਂ ਪੋਲਿਸ਼ ਰਿਮੂਵਰ, ਨੇਲ ਪੋਲਿਸ਼ ਰਿਮੂਵਰ ਜਿਹੜਾ ਹੈ ਉਹ ਅਸੀਂ ਫਿਲ ਕਰਦੇ ਹਾਂ। ਸੋ ਇਹ ਅੱਗੇ ਟਿਪ, ਮਾਈਨਿਊਟ ਜੀ ਦੀ ਟਿਪ ਹੁੰਦੀ ਹੈ। ਜਿਸ ਤਰ੍ਹਾਂ ਸਾਡਾ ਨੇਲ ਪੋਲਿਸ਼ ਅਸੀਂ ਜਦੋਂ ਅਸੀਂ ਲਗਾਉਂਦੇ ਹਾਂ ਬਾਹਰ ਸਕਿਨ ਤੇ ਫੈਲ ਜਾਂਦਾ ਹੈ। ਸੋ ਇੱਕ ਹੱਥ ਤੇ ਸਾਡੇ ਕੋਲੋਂ ਆਰਾਮ ਨਾਲ ਲੱਗ ਜਾਂਦਾ ਹੈ, ਪਰ ਦੂਸਰੇ ਹੱਥ ਤੇ ਸਾਡੇ ਕੋਲੋਂ ਜਿਹੜਾ ਹੈ ਉਹ ਆਰਾਮ ਨਾਲ ਨਹੀਂ ਲੱਗਦਾ, ਫੈਲ ਜਾਂਦਾ ਹੈ। ਸੋ ਇਹ ਪੈਨ ਜਿਹੜਾ ਹੈ ਸਾਡਾ ਉਹ ਆਸੇ-ਪਾਸੇ ਜਿਹੜੀ ਫੈਲੀ ਨੇਲ ਪੋਲਿਸ਼ ਹੈ ਉਹਨੂੰ ਕਲੀਨ ਕਰਨ ਦੇ ਵਿੱਚ ਸਾਡਾ ਹੈਲਪ ਕਰਦਾ ਹੈ ਔਰ ਇੱਕ ਪ੍ਰੋਫੈਸ਼ਨਲ ਫਿਨਿਸ਼ ਦੇਣ 'ਚ ਸਾਡੀ ਹੈਲਪ ਕਰਦਾ ਹੈ। ਸੋ ਕੁਇਕ ਡਰਾਈ ਲੈਕਰਸ ਵੀ ਅੱਜਕੱਲ ਮਾਰਕੀਟ 'ਚ ਅਵੇਲੇਬਲ ਹੈ। ਜਿਸ ਤਰ੍ਹਾਂ ਤੁਸੀਂ ਨਾਰਮਲ ਲੈਕਰ ਖਰੀਦਦੇ ਹੋ ਕੋਈ, ਸੋ ਅੱਜਕੱਲ ਮਾਰਕੀਟ ਦੇ ਵਿੱਚ ਜਿਹੜੇ ਹੈ ਜਲਦੀ ਸੁੱਕ ਜਾਣ ਵਾਲੇ, ਜਿਹਨੂੰ 30 ਸੈਕਿੰਡਸ ਵੀ ਕਹਿੰਦੇ ਆ ਕਿ ਉਹਦੇ ਵਿੱਚ ਹੀ ਸੁੱਕ ਜਾਂਦਾ ਹੈ। ਸੋ ਉਸ ਤਰ੍ਹਾਂ ਦੇ ਲੈਕਰਸ ਵੀ ਅਵੇਲੇਬਲ ਹੈ, ਤੁਸੀਂ ਕਿਸੇ ਵੀ ਕੰਪਨੀ ਦਾ ਉਹ ਵੀ ਖਰੀਦ ਸਕਦੇ ਹੋ। ਬਟ ਪ੍ਰੋਸੈਸ ਜਿਹੜਾ ਉਹੀ ਰਹੇਗਾ ਕਿ ਬੇਸ ਕੋਟ ਹਮੇਸ਼ਾ ਸਭ ਤੋਂ ਪਹਿਲੇ ਲਗਾਉਣਾ ਮੈਂਡੇਟਰੀ ਹੈ, ਫਿਰ ਨੇਲ ਲੈਕਰ ਔਰ ਫਿਰ ਉਸ ਤੋਂ ਬਾਅਦ ਟੌਪ ਕੋਟ। ਕੁਝ ਨੇਲ ਆਰਟ ਟੂਲਸ ਹੈ ਜਿਹੜੇ, ਕੋਈ ਨੇਲ ਆਰਟ ਮੈਂ ਤੁਹਾਨੂੰ ਸਿਖਾਉਣ ਤੋਂ ਪਹਿਲੇ ਦਿਖਾ ਰਹੀ ਹਾਂ। ਜਿਹੜੇ ਇਹ ਹੈ, ਇਹ ਡਾਟਿੰਗ ਟੂਲਸ ਕਿਹਾ ਜਾਂਦਾ ਇਹਨੂੰ। ਡਾਟਿੰਗ ਟੂਲਸ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਡਿਫਰੈਂਟ ਸਾਈਜ਼ ਦੇ ਜਿਹੜੇ ਹੈ ਡਾਟਸ ਦੇ ਉੱਪਰ ਜਿਹੜੇ ਬਣੇ ਹੋਏ ਆ, ਇਹਦੇ ਨਾਲ ਡਿਫਰੈਂਟ ਡਿਜ਼ਾਈਨਸ, ਡਿਫਰੈਂਟ ਸਾਈਜ਼ ਦੇ ਡਿਜ਼ਾਈਨਸ ਕ੍ਰੀਏਟ ਕੀਤੇ ਜਾਂਦੇ ਹਨ। ਸੋ ਇਹ ਹੈ ਡਾਟਿੰਗ ਟੂਲ। ਉਸ ਤੋਂ ਇਲਾਵਾ ਜਿਹੜੇ ਹੈ ਇਹ ਬ੍ਰਸ਼ਸ ਯੂਜ਼ ਕੀਤੇ ਜਾਂਦੇ ਆ ਨੇਲ ਆਰਟ ਕ੍ਰੀਏਟ ਕਰਨ ਦੇ ਵਿੱਚ। ਸੋ ਇੱਕ ਵੀਡੀਓ ਸ਼ੇਅਰ ਕਰ ਰਹੀ ਹਾਂ ਮੈਂ ਤੁਹਾਡੇ ਨਾਲ। ਇਹ ਵੈਲ ਪ੍ਰੀਪੇਅਰਡ ਨੇਲ ਹੈ ਜਿਹਨੂੰ ਕਿਊਟੀਕਲ ਪੁਸ਼ ਹੋ ਚੁੱਕੇ ਹਨ, ਕਲੀਨ ਹੋ ਚੁੱਕੇ ਹਨ, ਸ਼ੇਪ ਹੋ ਚੁੱਕਾ ਹੈ। ਸੋ ਅਗਰ ਤੁਸੀਂ ਇਹ ਵੀਡੀਓ ਦੇਖਿਆ ਹੈ ਤੇ ਇਹ ਵੀਡੀਓ ਦੇ ਵਿੱਚ ਜਿਹੜੇ ਛੋਟੇ ਫਲਾਵਰਸ ਬਣਾਏ ਗਏ ਨੇ ਉਹ ਉਸੇ ਡਾਟਿੰਗ ਟੂਲ ਦੇ ਨਾਲ ਬਣਾਏ ਗਏ ਨੇ। ਸੋ ਇੱਕ ਹੋਰ ਜਿਹੜਾ ਹੈ ਥੋੜਾ ਡਿਟੇਲਡ ਤੁਹਾਨੂੰ ਵੀਡੀਓ ਮੈਂ ਦਿਖਾਣੀ ਆ। ਸੋ ਉਹਦੇ ਵਾਸਤੇ ਜਿਹੜਾ ਹੈ, ਉਸ ਨੇਲ ਆਰਟ ਵਾਸਤੇ ਜਿਹੜਾ ਹੈ, ਇੱਕ ਨੇਲ ਟੈਕਨੀਸ਼ੀਅਨ ਨੂੰ ਜਿਹੜਾ ਹੈ ਸਭ ਤੋਂ ਪਹਿਲੇ ਸੈਟਅਪ ਬਹੁਤ ਜ਼ਰੂਰੀ ਹੈ। ਜਦੋਂ ਨੇਲ ਟੈਕਨੀਸ਼ੀਅਨ ਇੱਕ ਅੱਛਾ ਸੈਟਅਪ ਕਰਕੇ ਰੱਖਦਾ ਹੈ, ਸਭ ਤੋਂ ਪਹਿਲੇ ਉਹੀ ਜਿਹੜਾ ਹੈ ਇੱਕ ਫੀਲ ਗੁੱਡ ਫੈਕਟਰ ਹੁੰਦਾ ਹੈ ਕਿਸੇ ਕਲਾਇੰਟ ਵਾਸਤੇ। ਸੋ ਸਭ ਤੋਂ ਪਹਿਲੇ ਇੱਕ ਸਾਫ਼ ਜਿਹੜਾ ਹੈ ਟਾਲ ਹੋਣਾ ਚਾਹੀਦਾ ਹੈ ਤੁਹਾਡੇ ਉੱਥੇ ਵਿਸ਼ਾ ਹੈ। ਉਸ ਤੋਂ ਇਲਾਵਾ ਜੋ ਨੇਲ ਆਰਟ ਵਾਸਤੇ ਮੈਂ ਚੀਜ਼ਾਂ ਯੂਜ਼ ਕਰ ਰਹੀ ਹਾਂ, ਦੇਖੋ ਇਹ ਬੇਸ ਕੋਟ ਹੈ। ਉਸ ਤੋਂ ਇਲਾਵਾ ਇਹ ਮੈਰੂਨ ਕਲਰ ਦਾ ਨੇਲ ਲੈਕਰ ਹੈ, ਵਾਈਟ ਕਲਰ ਦਾ ਹੈ, 골ਡਨ ਕਲਰ ਦਾ ਹੈ। ਇਹ ਟੌਪ ਕੋਟ ਮੈਂ ਯੂਜ਼ ਕਰਨ ਵਾਲੀ ਹਾਂ। ਇਹ ਨੇਲ ਪੋਲਿਸ਼ ਰਿਮੂਵਰ ਹੈ। ਨੇਲ ਪੋਲਿਸ਼ ਰਿਮੂਵਰ ਨੂੰ ਮੈਂ ਇਸ ਤਰ੍ਹਾਂ ਦਾ ਪੋਲਿਸ਼ ਡਿਸਪੈਂਸਰ ਇਹਨੂੰ ਕਹਿੰਦੇ ਆ, ਉਹ ਵੀ ਆਉਂਦਾ ਹੈ, ਜਾਂ ਪੋਲਿਸ਼ ਬੋਟਲ ਕਹਿ ਸਕਦੇ ਹੋ ਤੁਸੀਂ। ਸੋ ਬੇਸਿਕਲੀ ਇਹ ਪੰਪ ਹੁੰਦਾ, ਇਹਦੇ ਵਿੱਚ ਅਸੀਂ ਇਹਨੂੰ ਪ੍ਰੈਸ ਕਰਨੇ ਆ ਔਰ ਸਾਡਾ ਪੋਲਿਸ਼ ਰਿਮੂਵਰ ਜਿਹੜਾ ਬਾਹਰ ਆ ਜਾਂਦਾ। ਸਾਨੂੰ ਬਾਰ-ਬਾਰ ਉਲਟਾ ਪਲਟੀ ਨਹੀਂ ਕਰਨੀ ਪੈਂਦੀ ਔਰ ਸਾਡੀ ਪ੍ਰੋਡਕਟ ਦੀ ਵੇਸਟੇਜ ਨਹੀਂ ਹੁੰਦੀ। ਸੋ ਪੋਲਿਸ਼ ਰਿਮੂਵਰ ਤੋਂ ਇਲਾਵਾ ਸਾਨੂੰ ਕਾਟਨ ਚਾਹੀਦਾ ਹੈਗਾ। ਕਾਟਨ ਤੁਸੀਂ ਕਿਸੇ ਵੀ ਸ਼ੇਪ ਦਾ ਯੂਜ਼ ਕਰ ਸਕਦੇ ਹੋ, ਗੋਲ ਵੀ ਕਰ ਸਕਦੇ ਹੋ, ਸਕੁਆਇਰ ਕਰ ਸਕਦੇ ਹੋ, ਜਾਂ ਬਾਲਸ ਆਉਂਦੇ ਆ ਉਸ ਤਰ੍ਹਾਂ ਦਾ ਵੀ ਕਰ ਸਕਦੇ ਹੋ। ਸੋ ਇਹ ਬਫਰ ਹੈ ਜਿਹੜਾ ਮੈਂ ਯੂਜ਼ ਕਰਨ ਵਾਲੀ ਹਾਂ। ਫਾਈਲਰ ਜਿਸ ਤਰ੍ਹਾਂ ਮੈਟਲ ਦੇ ਆਉਂਦੇ, ਉਸ ਤਰ੍ਹਾਂ ਗਲਾਸ ਦੇ ਫਾਈਲਰਸ ਵੀ ਅੱਜ ਕੱਲ੍ਹ ਮਾਰਕੀਟ 'ਚ ਅਵੇਲੇਬਲ ਹੈ। ਸੋ ਗਲਾਸ ਦੇ ਫਾਈਲਰ ਜਿਹੜੇ ਹੈ ਸੈਨੀਟਾਈਜ਼ ਕਰਨ 'ਚ, ਕਲੀਨ ਕਰਨ 'ਚ ਬੜੇ ਆਸਾਨ ਹੁੰਦੇ ਆ। ਮੈਟਲ ਦੇ ਫਾਈਲਰਸ ਨੂੰ ਥੋੜਾ ਡਿਫਿਕਲਟ ਹੁੰਦਾ ਹੈ ਸੈਨੀਟਾਈਜ਼ ਕਰਨਾ, ਡਿਸਇਨਫੈਕਟਿੰਗ ਕਰਨਾ। ਇਹ ਹੈ ਜੀ ਡਾਟਿੰਗ ਟੂਲ ਜਿਹੜਾ ਮੈਂ ਯੂਜ਼ ਕਰਾਂਗੀ। ਡਾਟਿੰਗ ਟੂਲ ਅਗਰ ਨਹੀਂ ਹੈ ਕਿਸੇ ਕੋਲ ਤੇ ਉਹ ਘਰ ਬੈਠੇ ਜਿਹੜਾ ਹੈ ਟੂਥਪਿਕ ਦਾ ਇਸਤੇਮਾਲ ਵੀ ਕਰ ਸਕਦੇ ਆ। ਟੂਥਪਿਕ ਦੇ ਨਾਲ ਵੀ ਡਾਟਸ ਬਣਾ ਸਕਦੇ ਆ। ਇਹ ਸਿੰਪਲ ਨਾਰਮਲ ਫੋਇਲ ਪੇਪਰ ਹੈ ਜਿਹੜਾ ਅਸੀਂ ਕਿਚਨ 'ਚ ਯੂਜ਼ ਕਰਨੇ ਆ ਖਾਣੇ ਨੂੰ ਰੈਪ ਕਰਨ ਵਾਸਤੇ। ਇਹ ਥੰਬ ਪਲੇਟ ਹੈ, ਇਹਨੂੰ ਥੰਬ ਪੈਲੇਟ ਵੀ ਕਿਹਾ ਜਾਂਦਾ ਹੈ, ਥੰਬ ਪਲੇਟ ਵੀ ਕਿਹਾ ਜਾਂਦਾ ਹੈ, ਜਿਹਦੇ ਉੱਤੇ ਅਸੀਂ ਛੋਟੇ ਡਾਟਸ ਪਾ ਕੇ ਜਿਹੜਾ ਹੈ ਨੇਲ ਲੈਕਰ ਦੇ ਅਸੀਂ ਨੇਲ ਆਰਟ ਕ੍ਰੀਏਟ ਕਰਨੇ ਆ।
ਸੋ ਨੇਲ ਆਰਟ ਕ੍ਰੀਏਟ ਕਰਨ ਵਾਸਤੇ ਇਹ ਜਿਹੜਾ ਹੈ ਮੈਂ ਆਰਟੀਫੀਸ਼ੀਅਲ ਟਿਪਸ ਹੁੰਦੇ ਆ ਪਲਾਸਟਿਕ ਦੇ ਮਾਰਕੀਟ 'ਚ ਮਿਲ ਜਾਂਦੇ ਆ, ਆਨਲਾਈਨ ਵੀ ਮਿਲ ਜਾਂਦੇ ਆ ਅੱਜ ਕੱਲ। ਸੋ ਉਹਦਾ ਇਸਤੇਮਾਲ ਕਰਨ ਲੱਗੀ ਆ। ਸਭ ਤੋਂ ਪਹਿਲੇ ਨੇਲ ਨੂੰ ਫਾਈਲ ਕੀਤਾ ਮੈਂ, ਉਸ ਤੋਂ ਬਾਅਦ ਬਫਿੰਗ ਜ਼ਰੂਰੀ ਹੈ। कॉटन यूज करांगे कोई भी शेप की। पॉलिश रिमूवर नाल एक बारी जिहड़ा है नेल प्लेट नूं चंगी तरह क्लीन कर लांगे। बेस कोट दा एप्लीकेशन एक लेयर, शेड यूज कर रही हां मैं। ਉਹਦੇ ਨਾਲ ਜਿਹੜਾ ਹੈ ਤੁਸੀਂ ਨੇਲ ਨੂੰ ਹਾਫ ਦੇ ਵਿੱਚ ਜਿਹੜਾ ਹੈ ਕਲਰ ਕਰਨਾ ਹੈ। ਹਾਫ ਨੇਲ ਤੁਸੀਂ ਖਾਲੀ ਰੱਖੋਗੇ, ਹਾਫ ਜਿਹੜਾ ਤੁਸੀਂ ਕਵਰ ਕਰੋਗੇ ਮੈਰੂਨ ਕਲਰ ਦੇ ਨੇਲ ਪੇਂਟ ਨਾਲ। दूसरा कोट करांगे ਅਸੀਂ सेम उसे लेकर ਦਾ फॉइल पेपर या थंब पैलेट यूज करांगे ਅਸੀਂ। टूथपिक या डॉटिंग टूल ਦਾ इस्तेमाल करांगे। वाइट कलर ਦੇ ਲੈਕਰ ਦੇ ਛੋਟੇ ਛੋਟੇ ਡਾਟਸ ਅਸੀਂ ਥੰਬ ਪੈलेट ਦੇ ਉੱਤੇ ਲਵਾਂਗੇ। ਸੋ ਇਹਨਾਂ ਨੂੰ ਡਾਟਿੰਗ ਟੂਲ ਦੀ ਹੈਲਪ ਨਾਲ ਦਿਖਾਵਾਂਗੇ ਔਰ ਪਲੇਸ ਕਰਨਾ ਸ਼ੁਰੂ ਕਰਾਂਗੇ। ਜਿੱਥੇ ਥੋੜੀ ਜਗ੍ਹਾ ਹੈ ਉੱਥੇ ਅਸੀਂ 3 ਡਾਟਸ ਪਹਿਲੇ ਕ੍ਰੀਏਟ ਕਰ ਰਹੇ ਹਾਂ। ਸਾਡੇ ਕੋਲ ਸਪੇਸ ਜ਼ਿਆਦਾ ਹੈ, ਅਸੀਂ ਨਾਲੋਂ ਨਾਲ ਜੋੜ ਕੇ 5 ਜਿਹੜੇ ਡਾਟਸ ਹੈ ਇੱਕ ਫਲਾਵਰ ਦੀ ਸ਼ੇਪ ਦੇ ਵਿੱਚ ਜਿਹੜਾ ਹੈ ਜੁਆਇਨ ਕਰਾਂਗੇ। ਫਿਰ 5 ਡਾਟਸ ਦਾ ਫਿਰ ਇੱਕ ਫਲਾਵਰ ਬਣਾਵਾਂਗੇ। ਲਵਾਂਗੇ ਇਹਦੇ ਤੇ ਨੇਲ ਪੈਲੇਟ ਤੇ ਡਾਟਿੰਗ ਟੂਲ ਦੀ ਹੈਲਪ ਨਾਲ ਜਿਹੜਾ ਅਸੀਂ ਇਹਨੂੰ ਉਠਾਵਾਂਗੇ ਔਰ ਹਰ ਜਗ੍ਹਾ ਵਾਈਟ ਫਲਾਵਰ ਅਸੀਂ ਬਣਾਇਆ ਉਹਦੇ ਵਿੱਚ ਵਿੱਚ ਇੱਕ ਡਾਟ ਲਗਾਵਾਂਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਟੂਥਪਿਕ ਦਾ ਵੀ ਇਸਤੇਮਾਲ ਕਰ ਸਕਦੇ ਹੋ। ਕੰਪਲੀਟ ਕਰਨ ਵਾਸਤੇ ਅਸੀਂ ਟੌਪ ਕੋਟ ਦਾ ਐਪਲੀਕੇਸ਼ਨ ਕਰ ਰਹੇ ਹਾਂ ਸੋ ਦੈਟ ਸਾਡਾ ਨੇਲ ਆਰਟ ਜਿਹੜਾ ਉਹ ਖਰਾਬ ਨਾ ਹੋਏ। ਸੋ ਇਹ ਸਾਡੀ ਫਾਈਨਲ ਲੁੱਕ ਹੈ। ਸੋ ਇਹ ਸੀ ਅੱਜ ਦਾ ਸੈਸ਼ਨ ਜਿਹਦੇ ਵਿੱਚ ਮੈਂ ਨੇਲ ਆਰਟ, ਨੇਲ ਐਨਾਟਮੀ, ਸਟਰਕਚਰ ਬਾਰੇ, ਇੰਡਸਟਰੀ ਬਾਰੇ ਸਭ ਕੁਝ ਕੀਤਾ। ਤੁਹਾਡੀਆਂ ਕੁਝ ਕੁਐਰੀਜ਼ ਹੋਣ, ਕੁਐਸਚਨਸ ਹੋਣ ਤੁਸੀਂ ਪੁੱਛ ਸਕਦੇ ਹੋ ਹੁਣ ਇਸ ਲਈ। जी मैम अनम्यूट कर लियो जी अपने आप ਨੂੰ जी। मैम प्लीज वो वाली पिक्चर नील आर्ट दी ब्रशेस दी पिक्चर दोबारा दिखा दो। मैम एक नेल एनाटॉमी दी थ्योरी पार्ट क्लियर कर दो जी, पहला क्लियर नहीं हुई।
मैम ब्लर हो रही है जी हजे भी। दिया प्रज्ञा मैं वेरी गुड प्रज्ञा जी, थैंक यू वेरी मच। ਪ੍ਰਗਿਆ ਮੈਮ ਤੁਹਾਡਾ ਬਹੁਤ ਵਧੀਆ ਲੈਕਚਰ ਸੀਗਾ ਔਰ ਮੈਨੂੰ ਇਸ ਲੈਕਚਰ ਦੀ ਬਹੁਤ ਜ਼ਰੂਰਤ ਸੀਗੀ। ਥੈਂਕ ਯੂ ਮੈਮ। हाँ जी मैम। हाँ जी, थैंक यू वेरी मच प्रज्ञा जी, बहुत ਤੁਹਾਡਾ ਲੈਕਚਰ ਸ਼ਾਇਦ ਸਾਨੂੰ ਦੁਬਾਰਾ ਕਰਾਉਣਾ ਪਏਗਾ, ਰਿਪੀਟ ਵੀ ਕਰਾਵਾਂਗੇ। ਅੱਜ ਲੈਕਚਰ ਦੇ ਵਿੱਚ इंजन ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ। ਕਰ ਦीजिए और जी ਜੀ ਥੈਂਕ ਯੂ ਵੈਰੀ ਮਚ। ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਜਿਹੜੇ ਇਸ ਲੈਕਚਰ ਵਿੱਚ ਜੁੜੇ ਹੋਏ ਆ ਜੀ। ਇਸ ਤੋਂ ਬਾਅਦ ਪ੍ਰਗਿਆ ਮੈਡਮ ਨੇ ਜਿਸ ਤਰ੍ਹਾਂ ਇਸ ਲੈਕਚਰ ਦੇ ਵਿੱਚ ਦੱਸਿਆ ਕਿ ਇਸ ਇੰਡਸਟਰੀ ਦੇ ਵਿੱਚ ਕਿੰਨਾ ਸਕੋਪ ਹੈ, ਇੰਪਲੋਇਮੈਂਟ ਦਾ ਕਿੰਨਾ ਜ਼ਿਆਦਾ ਸਕੋਪ ਹੈ, ਅੱਜ ਦਾ ਜੋ ਟ੍ਰੈਂਡ ਹੈ ਉਹਦੇ ਵਿੱਚ ਬੱਚੇ ਕਿਸ ਤਰ੍ਹਾਂ ਨੀਲ ਆਰਟ ਦੇ ਵਿੱਚ ਵੀ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਰਹੇ ਆ, ਫੈਸ਼ਨ ਇੰਡਸਟਰੀ ਦੇ ਵਿੱਚ ਬਹੁਤ ਸਕੋਪ ਹੈ। ਇਸੇ ਤਰ੍ਹਾਂ ਮੈਡਮ ਇਸ ਤੋਂ ਬਾਅਦ ਦਾ ਲੈਕਚਰ ਵੀ ਜਿਹੜਾ ਮੈਡਮ ਵਿੱਚ ਸਾਡੇ ਨਾਲ ਹੀ ਲੈਣਗੇ, ਇਹਦੇ ਵਿੱਚ ਅਸੀਂ ਬੱਚਿਆਂ ਨੂੰ ਬਾਰੇ ਦੱਸਾਂਗੇ, ਪਲੇਸਮੈਂਟ ਐਵੀਨਿਊਜ਼ ਬਾਰੇ ਦੱਸਾਂਗੇ ਤੇ ਜ਼ਰੂਰ ਤੁਸੀਂ ਉਹਦੇ ਵਿੱਚ ਸਾਰੇ ਬੱਚੇ ਉਹਦੇ ਵਿੱਚ ਜੁੜੋ, ਜਿਹਦੇ ਵਿੱਚ ਤੁਹਾਨੂੰ ਪ੍ਰੋਫੈਸ਼ਨਲੀ ਕੰਪੀਟੈਂਸੀਜ਼ ਦੇ ਬਾਰੇ ਤੁਹਾਨੂੰ ਪਤਾ ਲੱਗੇਗਾ ਔਰ ਇੰਟਰਵਿਊ ਸਕਿੱਲਸ ਇਹਨਾਂ ਦੀ ਡਿਮਾਂਡ ਕੀ ਰਹਿੰਦੀ ਹੈ ਇੰਡਸਟਰੀ ਦੇ ਵਿੱਚ ਉਹਦੇ ਬਾਰੇ ਵੀ ਪਤਾ ਲੱਗੇਗਾ। ਸੋ ਥੈਂਕ ਯੂ ਵੈਰੀ ਮਚ ਪ੍ਰਗਿਆ ਜੀ, ਥੈਂਕ ਯੂ ਪੀਨੂ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ ਸਰ। ਜੀ 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 ਤੁਸੀਂ ਕੁਝ ਕਹਿਣਾ? हेलो मैम काइंडली अनम्यूट करो जी, अनम्यूट करो जी। जी विवा जी ਤੁਸੀਂ ਕੁਝ ਕਹਿਣਾ ਚਾਹੋਗੇ? ਵਿਵਾ ਚੌਹਾਨ। हाँ जी सर, थैंक्स सर, ਤੁਸੀਂ ਇੰਨਾ ਵੱਡਾ ਪਲੇਟਫਾਰਮ ਦਿੱਤਾ ਮੈਮ ਨੂੰ, ਭਾਬੀ ਜੀ ਨੂੰ, ਤੇ ਤਾਂ ਉਹ ਬੱਚਿਆਂ ਦੇ ਨਾਲ ਰੂਬਰੂ ਹੋ ਸਕੇ ਤੇ ਲੇਟੈਸਟ ਜਿਹੜੀ ਡਿਮਾਂਡ ਹੈ ਮਾਰਕੀਟ ਦੀ ਉਹ ਪਤਾ ਲੱਗ ਸਕੀ ਬੱਚਿਆਂ ਨੂੰ। ਸੋ ਵੈਰੀ ਥੈਂਕਸ ਸਰ ਤੁਹਾਡਾ। ਇਨਫੈਕਟ ਵੀ ਥੈਂਕ ਪ੍ਰਗਿਆ ਐਂਡ OTY, ਇਹਨਾਂ ਦੀ ਜਿਹੜੀ ਕੰਪਨੀ ਹੈ ਜਿਨ੍ਹਾਂ ਨੇ ਇਹਦੇ ਵਿੱਚ ਓਪਰਚੁਨਿਟੀ। ਥੈਂਕ ਯੂ। हाँ जी सर, थैंक यू वीनू। थैंक यू सर, थैंक यू सो मच। थैंक यू सर, थैंक यू वीनू मैम, थैंक यू सो मच। थैंक यू मैम, थैंक यू मैम। थैंक यू मैम, थैंक यू थैंक यू मैम।